ਅਦਬਯੋਗ ਡਾਕਟਰ ਬਲਦੇਵ ਸਿੰਘ ਜੀ ਨੂੰ ਮੈਨੂੰ ਸਰਦਾਰ ਚਮਕੌਰ ਸਿੰਘ ਹੋਰਾਂ ਦਾ ਹੁਕਮ ਹੋਇਆ ਸੀ ਕਿ ਤੁਹਾਡੀ ਕਿਤਾਬ ਦੇਖੀ ਹੈ ਨੀਤਸ਼ੇ ਦਾ ਮਹਾਮਾਨਵ, ਉਹਦੇ ਉੱਪਰ ਗੱਲ ਕਰਨੀ ਹੈ। ਲੇਕਿਨ ਪਿਆਰੇ ਵਿਦਿਆਰਥੀਓ ਤੇ ਬਹੁਤ ਹੀ ਅਦਬਯੋਗ ਹਾਜ਼ਰੀਨ, ਮੈਂ ਜੋ ਗੱਲ ਕਰਾਂਗਾ ਉਹਦੇ ਦੋ ਪੱਖ ਹੋਣਗੇ ਕਿ ਇੱਕ ਤਾਂ ਜਿਨ੍ਹਾਂ ਪਰਿਸਥਿਤੀਆਂ ਵਿੱਚ ਅਸੀਂ ਜਿਉ ਰਹੇ ਹਾਂ ਉਹ ਪਰਿਸਥਿਤੀਆਂ ਕਿਹੋ ਜਿਹੀਆਂ ਨੇ। ਡਾਕਟਰ ਬਲਦੇਵ ਸਿੰਘ ਹੋਰਾਂ ਨੇ ਬੜੇ ਵਿਸਥਾਰ ਨਾਲ ਦੱਸਤਾ ਹੈ ਕਿ ਅਸੀਂ ਉੱਪਰੋਂ ਕਈ ਵਾਰ ਪੱਤੇ ਝਾੜਨ 'ਤੇ ਲੱਗ ਜਾਂਦੇ ਹਾਂ, ਲੇਕਿਨ ਜਿੱਥੇ ਜੜ੍ਹਾਂ ਦੇ ਵਿੱਚ ਪਾਣੀ ਦੀ ਲੋੜ ਹੁੰਦੀ ਹੈ, ਜਿੱਥੋਂ ਪੌਦੇ ਨੇ ਹਰਾ ਹੋਣਾ ਹੁੰਦਾ ਹੈ, ਉਹਦੇ ਵੱਲ ਖਿਆਲ ਨਹੀਂ ਕੀਤਾ ਜਾਂਦਾ। ਬੜੀ ਮਿਹਨਤ ਕਰਦੇ ਹਾਂ, ਇੱਕ ਇੱਕ ਪੱਤੇ ਨੂੰ ਵੀ ਸਾਫ਼ ਕਰਦੇ ਹਾਂ, ਇੱਕ ਇੱਕ ਫੁੱਲ ਨੂੰ ਵੀ ਸਾਫ਼ ਕਰਦੇ ਹਾਂ, ਲੇਕਿਨ ਸਾਡੀ ਫੁਲਵਾੜੀ ਜਿਹੜੀ ਆ ਉਹ ਸੁੱਕ ਜਾਂਦੀ ਹੈ। ਕਾਰਨ ਇਹੀ ਹੁੰਦਾ ਕਿ ਉਹਦੀਆਂ ਜੜ੍ਹਾਂ ਵੱਲ ਧਿਆਨ ਨਹੀਂ ਜਾਂਦਾ ਗਾ, ਜੜ੍ਹਾਂ ਨੂੰ ਕਾਹਦੀ ਲੋੜ ਹੁੰਦੀ ਹੈ ਉਹਦੇ ਤੱਕ ਪਹੁੰਚਿਆ ਨਹੀਂ ਜਾਂਦਾ। ਸੋ ਗੱਲ ਹੈ ਕਿ ਜਿਹੜੀਆਂ ਹੁਣ ਪਰਿਸਥਿਤੀਆਂ ਨੇ, ਜਿਸ ਵਿਸ਼ਵ ਵਿੱਚ ਅਸੀਂ ਜਿਉ ਰਹੇ ਹਾਂ, ਉਹ ਕੀ ਨੇ। ਜੇ ਉਹਨਾਂ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਸਾਨੂੰ ਪਤਾ ਹੀ ਨਹੀਂ ਲੱਗਣਾ ਗਾ ਕਿ ਸਾਡੇ 'ਤੇ ਕਬਜ਼ਾ ਕਿਹਦਾ ਹੈ, ਸਾਡੀ ਅਨਕੌਂਸ਼ੀਅਸ ਮਾਈਂਡ 'ਤੇ ਕਬਜ਼ਾ ਕਿਹਦਾ, ਅਵਚੇਤਨ 'ਤੇ ਕਬਜ਼ਾ ਕਿਹਦਾ ਹੈਗਾ। ਜੋ ਗੱਲ ਇਹ ਕਰ ਰਹੇ ਨੇ ਕਿ ਸਾਡੇ ਵੈਲਿਊ ਸਿਸਟਮ ਕੀ ਹੈ, ਇਹੋ ਹੀ ਗੱਲ ਬਿਲਕੁਲ ਜਿਹੜਾ ਫਰੈਡਰਿਕ ਨੀਤਸ਼ੇ ਦਾ ਜਿੱਥੋਂ ਪ੍ਰਭਾਵਿਤ ਹੋਇਆ ਸੀ ਸ਼ਾਪਨਹਾਵਰ ਨੇ ਗੱਲ ਕੀਤੀ ਹੈ ਕਿ ਅਸਲ ਵਿੱਚ ਮਨੁੱਖ ਕਿੱਥੋਂ ਪ੍ਰਭਾਵਿਤ ਹੁੰਦਾ ਹੈਗਾ, ਮਨੁੱਖ ਦੇ ਉੱਤੇ ਕਬਜ਼ਾ ਕਿਹਦਾ ਹੈਗਾ, ਮਨੁੱਖ ਦੇ ਉੱਤੇ ਜਿਹੜਾ ਉਹਦਾ ਕਬਜ਼ਾ, ਉਹਦੀ ਇੱਛਾ ਕਿੱਥੇ ਪਈ ਹੈ। ਜਿਹੜੀ ਇੱਛਾ ਹੈ ਉਹਦੀ, ਜਿਹੜੀ ਅਨਕੌਂਸ਼ੀਅਸ ਮਾਈਂਡ 'ਚ ਪਈ ਹੈਗੀ, ਅਵਚੇਤਨ 'ਚ ਪਈ ਹੈਗੀ ਹੈ, ਉਹ ਅਸਲ ਵਿੱਚ ਉਹਦੀ ਮਾਲਕ ਹੈ। ਜਿੰਨੀ ਦੇਰ ਤੁਸੀਂ ਉੱਥੋਂ ਤੱਕ ਨਹੀਂ ਪਹੁੰਚਦੇ, ਉਨੀ ਦੇਰ ਚਾਹੇ ਅਸੀਂ ਕਿੰਨੇ ਹੀ ਨਾਅਰੇ ਲਿਖ ਲਈਏ ਕੰਧਾਂ ਦੇ ਉੱਤੇ, ਸੱਚ ਬੋਲੋ, ਇਮਾਨਦਾਰ ਰਹੋ, ਝੂਠ ਨਾ ਬੋਲੋ, ਇਹ ਕੋਈ ਅਸਰ ਨਹੀਂ ਕਰਦੇ ਸਾਡੇ 'ਤੇ। ਔਰ ਅਸੀਂ ਇਹ ਹਸ਼ਰ ਦੇਖਿਆ, ਅਸੀਂ ਬਚਪਨ ਤੋਂ ਲੈ ਕੇ ਪੜ੍ਹਦੇ ਹਾਂ, ਇਮਾਨਦਾਰ ਰਹੋ, ਨਸ਼ੇ ਨਾ ਕਰੋ। ਪ੍ਰਾਇਮਰੀ ਸਕੂਲ ਦੀਆਂ ਕੰਧਾਂ ਤੋਂ ਲੈ ਕੇ ਅਸੀਂ BA MA ਤੱਕ ਹਰ ਥਾਂ 'ਤੇ ਲਿਖਿਆ ਪੜ੍ਹਦੇ ਹਾਂ, ਲੇਕਿਨ ਨਸ਼ੇ, ਰਿਸ਼ਵਤ, ਚਾਹੇ ਜਰਾ ਕੁ ਕੁਰਸੀ ਮਿਲੇ ਸਾਨੂੰ, ਅਸੀਂ ਦੂਜੇ ਨੂੰ ਦਬਾਉਣਾ ਸ਼ੁਰੂ ਕਰ ਦਿੰਦੇ ਹਾਂ। ਪ੍ਰੇਮ ਪਿਆਰ ਨਾਲ ਰਹੋ, ਕੋਈ ਪ੍ਰੇਮ ਪਿਆਰ ਨਹੀਂ ਰਹਿੰਦਾ ਗਾ। ਕਾਰਨ ਕੀ ਹੈ ਕਿ ਸਾਡੀ ਜਿਹੜਾ ਅਵਚੇਤਨ ਹੈ ਉੱਥੇ ਕੀ ਪਿਆ ਹੈਗਾ, ਉਸ ਨੂੰ ਖੋਜਣ ਦੀ ਲੋੜ ਹੈ। ਜੇ ਉਸ ਉੱਤੇ ਸਾਡਾ ਰਾਜ ਨਹੀਂ ਗਾ, ਉਸ ਉੱਤੇ ਸਾਡਾ ਧਿਆਨ ਨਹੀਂ ਗਾ, ਉਸ ਉੱਤੇ ਸਾਡੀ ਚੇਤਨਤਾ ਉੱਤੇ ਉਹਦੇ ਰਾਜ ਨਹੀਂ ਕਰ ਰਹੀ, ਤਾਂ ਅਸੀਂ ਉਹੀ ਗਲਤੀਆਂ ਮੁੜ ਦੁਹਰਾਵਾਂਗੇ। ਚਾਹੇ ਪੰਜਾਬੀ ਦੀ ਗੱਲ ਹੈ, ਚਾਹੇ ਪੰਜਾਬੀ ਭਾਸ਼ਾ ਦੀ ਗੱਲ ਹੈ, ਅਤੇ ਚਾਹੇ ਨੈਤਿਕਤਾ ਦੀ ਗੱਲ ਹੈ, ਚਾਹੇ ਪੰਜਾਬੀ ਧਰਮ ਦੀ ਗੱਲ ਹੈ। ਅਸੀਂ ਜ਼ਰੂਰ ਕੰਧਾਂ ਦੇ ਉੱਤੇ ਲਿਖ ਲਾਂਗੇ ਅਸੀਂ ਪੰਜਾਬੀ ਹਾਂ, ਅਸੀਂ ਗੌਰਵਈ ਹਾਂ ਪੰਜਾਬੀ ਹੋਣ ਦੇ ਨਾਤੇ, ਲੇਕਿਨ ਜ਼ਰਾ ਕੋ ਕੈਨੇਡਾ ਤੋਂ ਸੱਦਾ ਆਵੇਗਾ ਤਾਂ ਅਸੀਂ ਸਾਰਾ ਪਰਿਵਾਰ ਸਮੇਤ ਜਹਾਜ਼ 'ਤੇ ਲੱਦਣ ਨੂੰ ਤਿਆਰ ਹੁੰਦੇ ਹਾਂ। ਸੋ ਸਾਰੀਆਂ ਗੱਲਾਂ, ਇਹ ਸਾਡਾ ਵਿਹਾਰ ਅਤੇ ਸਾਡਾ ਜਿਹੜੀ ਚੇਤਨਾ ਜਾਂ ਸਾਡੀਆਂ ਗੱਲਾਂ ਨੇ, ਉਹਨਾਂ ਦੇ ਵਿੱਚ ਬੜਾ ਪਾੜਾ ਪੈ ਜਾਂਦਾ ਹੈ। ਉਹਦਾ ਕਾਰਨ ਇਹੀ ਹੈ। ਸੋ ਉਹਦੇ ਲਈ ਮੈਂ ਦੋ ਤਰ੍ਹਾਂ ਮਨੁੱਖ ਦਾ ਵਿਕਾਸ, ਜੇ ਅਸੀਂ ਗੱਲ ਕਰੀਏ ਕਿ ਮੇਰੇ ਲਈ ਟਾਈਮ ਬੜਾ ਸੀਮਤ ਹੈ ਕਿ ਜਿਹੜਾ ਵਿਸਥਾਰ 'ਚ ਗੱਲ ਨਹੀਂ ਹੋ ਸਕਣੀ, ਟੋਟਿਆਂ 'ਚ ਗੱਲ ਕਰਾਂਗਾ। ਕਿ ਪਹਿਲੀ ਤਾਂ ਗੱਲ ਮੈਂ ਸੋਚਦਾ ਕਿ ਮਨੁੱਖ ਦਾ ਵਿਕਾਸ ਦੋ ਤਰ੍ਹਾਂ ਨਾਲ ਹੁੰਦਾ ਹੈ। ਦੋ ਵਿਕਾਸ ਨੇ ਮਨੁੱਖ ਜਾਤੀ ਦੇ। ਇੱਕ ਵਿਕਾਸ ਹੈ ਸਾਡਾ ਅੱਗੇ ਵੱਲ ਨੂੰ, ਇੱਕ ਵਿਕਾਸ ਹੈ ਉੱਪਰ ਵੱਲ ਨੂੰ। ਜਿਹੜਾ ਅੱਗੇ ਵੱਲ ਵਿਕਾਸ ਹੈ ਉਹ ਬਹੁਤੀ ਵਾਰ ਸਾਡੇ ਲਈ ਸ਼ਰਾਪ ਬਣ ਜਾਂਦਾ ਹੈ। ਮਨੁੱਖੀ ਸੱਭਿਅਤਾ ਆਪਣੇ ਸਿਖਰ 'ਤੇ ਪਹੁੰਚ ਕੇ ਵੀ ਆਪਣੇ ਆਪ ਨੂੰ ਤਬਾਹ ਕਰ ਲੈਂਦੀ ਹੈ, ਔਰ ਹੋਇਆ। ਮਨੁੱਖੀ ਸੱਭਿਅਤਾ ਦਾ ਜਿਹੜਾ ਸਭ ਤੋਂ ਵੱਡਾ ਵਿਕਾਸ ਹੈ, ਜੇ ਅਮਰੀਕਾ ਵਰਗਾ ਦੇਸ਼ ਅਸੀਂ ਦੇਖੀਏ ਕਿ ਸਭ ਤੋਂ ਜ਼ਿਆਦਾ ਵਿਕਾਸ, ਸਭ ਤੋਂ ਜ਼ਿਆਦਾ ਤਕਨਾਲੋਜੀ ਉੱਥੇ ਹੈ, ਲੇਕਿਨ ਉਹਦਾ ਰਿਜ਼ਲਟ ਕੀ ਹੈ? 3 ਦੇਸ਼ਾਂ ਦੀ ਤਬਾਹੀ, ਅਫਗਾਨਿਸਤਾਨ, ਇਰਾਕ, ਉੱਥੋਂ ਦੀ ਮਾਨਵਤਾ, ਉੱਥੋਂ ਦੀ ਸੰਸਕ੍ਰਿਤੀ ਦੀ ਤਬਾਹੀ। ਇਹ ਕਿਉਂ ਹੈ? ਕਿਉਂਕਿ ਉੱਪਰ ਵੱਲ ਵਿਕਾਸ ਨਹੀਂ ਹੋਇਆ, ਵਿਕਾਸ ਅੱਗੇ ਵੱਲ ਹੋਇਆ। ਅਤੇ ਅੱਗੇ ਵੱਲ ਵਿਕਾਸ ਮੈਂ ਸਮਝਦਾ ਉਹ ਹੈ ਜਿਵੇਂ ਕਿਸੇ ਬੱਚੇ ਦੇ ਹੱਥ ਤਲਵਾਰ ਫੜਾ ਦਿਓ, ਬੱਚੇ ਕੋਲ ਵਸਤੂਆਂ ਜਮ੍ਹਾਂ ਕਰ ਦਿਓ, ਲੇਕਿਨ ਉਹਦੇ ਲਈ ਆਪਣੇ ਲਈ ਨਾ ਵਰਦਾਨ ਸਾਬਤ ਹੋ ਸਕਦਾ, ਨਾ ਦੂਜੇ ਲਈ ਵਰਦਾਨ ਸਾਬਤ ਹੋ ਸਕਦਾ ਹੈਗਾ। ਉੱਪਰ ਵੱਲ ਵਿਕਾਸ ਸਾਡਾ ਜੇ ਕੀਤਾ ਹੈ ਤਾਂ ਸਾਡੇ ਅਧਿਆਤਮਕ ਗੁਰੂ ਸਾਹਿਬਾਨਾਂ ਨੇ, ਮਹਾਂਪੁਰਸ਼ਾਂ ਨੇ, ਭਾਰਤ ਦੇ ਵਿੱਚ ਉਹ ਪਰੰਪਰਾ ਜਿਹੜੀ ਰਹੀ ਹੈ ਕਿ ਪਹਿਲਾਂ ਚੇਤਨਾ ਦਾ ਵਿਕਾਸ ਹੋਵੇ, ਉਸ ਤੋਂ ਬਾਅਦ ਵਸਤੂਆਂ ਦਾ ਵਿਕਾਸ ਬਾਅਦ 'ਚ ਹੋਣਾ ਚਾਹੀਦਾ ਹੈਗਾ। ਜੇ ਚੇਤਨਾ ਦਾ ਵਿਕਾਸ ਹੈ ਤਾਂ ਵਸਤੂਆਂ ਨੂੰ ਅਸੀਂ ਸਹੀ ਢੰਗ ਨਾਲ ਵਰਤ ਸਕਦੇ ਹਾਂ, ਨਹੀਂ ਤਾਂ ਵਸਤੂਆਂ ਆਪਣੇ ਲਈ ਤਬਾਹੀ ਵਾਸਤੇ ਵਰਤਾਂਗੇ। ਸੋ ਇਹਨੂੰ ਮੈਂ ਇੱਕ ਬੁੱਧੀ ਅਤੇ ਇੱਕ ਬੋਧ, ਇਹ ਫਰਕ ਕਰਨਾ ਚਾਹਾਂਗਾ। ਇੱਕ ਸਾਡੇ ਕੋਲ ਇੰਟੈਲੀਜੈਂਸੀ ਹੁੰਦੀ ਹੈ, ਇੱਕ ਸਾਡੇ ਕੋਲ ਵਿਜ਼ਡਮ ਹੁੰਦੀ ਹੈ। ਇੰਟੈਲੀਜੈਂਸੀ ਜਿਹੜੀ ਹੈ ਇਹ ਅਸੀਂ ਮਨੋਵਿਗਿਆਨਕ ਤੌਰ 'ਤੇ ਦੇਖੀਏ ਤਾਂ ਹਰ ਬੰਦੇ ਦੀ ਆਪਣੀ ਇੰਟੈਲੀਜੈਂਸੀ, ਨਾ ਉਹਨੂੰ ਘਟਾਇਆ ਜਾ ਸਕਦਾ ਨਾ ਵਧਾਇਆ ਜਾ ਸਕਦਾ।
ਕੁਝ ਗੱਲਾਂ ਕਰਕੇ, ਕੁਝ ਅਸੀਂ ਸਿੱਖਿਆ ਲੈ ਕੇ ਉਹਨੂੰ ਕੁਝ ਹੋਰ ਸਿੱਖ ਸਕਦੇ ਹਾਂ, ਕੁਝ ਘੱਟ ਸਿੱਖ ਸਕਦਾ, ਕੋਈ ਵੱਧ ਸਿੱਖ ਸਕਦਾ। ਲੇਕਿਨ ਜਿਹੜਾ ਵਿਜ਼ਡਮ ਹੈ, ਜਿਹੜਾ ਬੋਧ ਹੈ, ਅਸਲੀ ਵਰਦਾਨ ਬੰਦੇ ਵਾਸਤੇ ਉਹ ਸਾਬਤ ਹੁੰਦਾ। ਜੇ ਵਰਦਾਨ ਨਾ ਜਗਾਇਆ ਜਾਵੇ, ਜੇ ਵਿਜ਼ਡਮ ਨਾ ਜਗਾਈ ਜਾਵੇ, ਜੇ ਬੋਧ ਨਾ ਜਗਾਇਆ ਜਾਵੇ, ਤਾਂ ਮਨੁੱਖ ਦਾ ਜਿਹੜਾ ਸਾਰਾ ਜੀਵਨ ਹੈ ਉਹ ਸ਼ਰਾਬ ਬਣ ਕੇ ਰਹਿ ਜਾਂਦਾ। ਅਤੇ ਉਹਨੂੰ ਜਗਾਉਣ ਲਈ ਚੇਤਨਾ ਦੀ ਲੋੜ ਹੈ, ਚੇਤਨਤਾ ਦੀ ਲੋੜ ਹੈ। ਅਤੇ ਚੇਤਨਾ ਸਾਡੀ ਘੇਰ ਕਿਹਨੇ ਲਈ ਹੈ? ਫਰਾਂਸ ਦਾ ਇੱਕ ਬੜਾ ਵੱਡਾ ਚਿੰਤਕ ਹੋਇਆ ਯਾ ਬੌਦਰੀ ਲਾਰਦ। ਉਹ ਗੱਲ ਕਰਦਾ, ਕਹਿੰਦਾ ਕਿਸੇ ਸਮੇਂ ਮਨੁੱਖੀ ਸੱਭਿਅਤਾ ਜਿਹੜੀ ਹੈ, ਮਨੁੱਖ ਵਸਤੂਆਂ ਨੂੰ ਆਪਣੀ ਸੇਵਾ ਲਈ ਵਰਤਦਾ ਸੀ। ਮਨੁੱਖ ਦੀਆਂ ਵਸਤੂਆਂ ਅਧੀਨ ਸੀਗੀਆਂ। ਬਾਅਦ ਦੇ ਵਿੱਚ ਸੱਭਿਅਤਾ ਨੇ ਵਿਕਾਸ ਕੀਤਾ ਅਤੇ ਵਸਤੂਆਂ ਮਨੁੱਖ ਦੇ ਉੱਤੇ ਰਾਜ ਕਰਨਾ ਸ਼ੁਰੂ ਕਰਤਾ। ਵਸਤੂਆਂ ਕੇਂਦਰ ਵਿੱਚ ਆ ਗਈਆਂ, ਮਨੁੱਖ ਹਾਸ਼ੀਏ 'ਤੇ ਹੋ ਗਿਆ। ਵਸਤੂਆਂ ਸਾਡੀਆਂ ਮਾਲਕ ਬਣ ਗਈਆਂ। ਜ਼ਮਾਨਾ ਮਨੁੱਖ ਨੇ ਘਰ ਬਣਾਇਆ ਸੀ ਆਪਣੇ ਲਈ, ਲੇਕਿਨ ਘਰ ਮਨੁੱਖ ਦਾ ਮਾਲਕ ਬਣ ਗਿਆ। ਉਹਨੂੰ ਸਾਰੀ ਉਮਰ ਲਈ ਜਿਹੜਾ ਘਰ ਹੈ ਉਹ ਮਨੁੱਖ ਨੂੰ ਕੈਦੀ ਬਣਾ ਲੈਂਦਾ, ਮਨੁੱਖ ਨੂੰ ਨੌਕਰ ਬਣਾ ਕੇ ਉਹਨੂੰ ਜਗ੍ਹਾ ਜਗ੍ਹਾ ਉਹਦੇ ਤੋਂ ਕਰਜ਼ੇ ਦਿਵਾਉਂਦਾ ਹੈਗਾ। ਉਹਨਾਂ ਕਰਜ਼ਿਆਂ ਵਿੱਚ ਨਪੀੜਿਆ ਜਾਂਦਾ ਮਨੁੱਖ, ਉਹਦਾ ਚੈਨ ਖੋਂਦਾ ਹੈਗਾ। ਕਹਿਣ ਦਾ ਮਤਲਬ ਘਰ ਤਾਂ ਇੱਕ ਉਦਾਹਰਨ ਹੈ। ਚਾਹੇ ਕਾਰ ਲੈ ਲਓ, ਚਾਹੇ ਉਹਦਾ ਮੋਟਰਸਾਈਕਲ ਲੈ ਲਓ, ਚਾਹੇ ਕੋਈ ਹੋਰ ਵਸਤੂ, ਚਾਹੇ ਕੋਈ ਪੈਸਾ ਹੈ ਜਾਂ ਕੋਈ ਸੋਨਾ ਹੈ, ਉਹ ਉਹਦੇ ਉੱਤੇ ਭਾਰੂ ਹੋ ਗਿਆ। ਮਨੁੱਖ ਜਿਹੜਾ ਪਿੱਛੇ ਚਲਾ ਗਿਆ। ਇਹਨੂੰ ਜਾਂ ਪਾਲ ਸਾਰਤਰ ਹੋਏ ਨੇ, ਜਿਨ੍ਹਾਂ ਨੇ ਨੋਬਲ ਪੁਰਸਕਾਰ ਠੁਕਰਾਇਆ ਸੀਗਾ, ਬੜਾ ਵੱਡੀ ਪਰਸਨੈਲਿਟੀ ਹੈ ਸਾਡੇ ਵਿਸ਼ਵ ਦੀ। ਉਹ ਅਲਗਾਓਵਾਦ ਦੀ ਸਥਿਤੀ ਕਹਿੰਦਾ ਵੀ ਮਨੁੱਖ ਜਦੋਂ ਆਪਣੇ ਨਾਲੋਂ ਟੁੱਟ ਜਾਂਦਾ, ਮਨੁੱਖ ਆਪਣੇ ਅਸਤਿਤਵ ਨਾਲੋਂ ਟੁੱਟ ਗਿਆ, ਤਾਂ ਮਨੁੱਖ ਆਪਣੇ ਲਈ ਵਰਦਾਨ ਨਹੀਂ ਹੋ ਸਕਦਾ, ਨਾ ਪਰਿਵਾਰ ਲਈ, ਤਾਂ ਸਮਾਜ ਲਈ ਤਾਂ ਵੱਖਰੀ ਗੱਲ ਹੈ। ਉਹ ਵਸਤੂ ਆ ਗਈ ਵਿੱਚ ਮਨੁੱਖ ਦੇ, ਅਤੇ ਉਹਦੇ ਅਸਤਿਤਵ ਦੇ ਵਿੱਚ ਉਹਦੀ ਜਿਹੜੀ ਹੋਂਦ ਹੈ ਮਨੁੱਖ ਦੀ, ਉਹਦੀ ਅੰਤਰਾਤਮਾ ਜਿਹੜੀ ਆ ਜਾਂ ਉਹਦੀ ਚੇਤਨਾ ਹੈ, ਉਹਦੇ ਵਿੱਚ ਅਤੇ ਮਨੁੱਖ ਦੇ ਵਿੱਚ ਉਹਨੇ ਫਰਕ ਪੈਦਾ ਕਰਤਾ। ਉਹ ਵਸਤੂ ਵਿਚਕਾਰ ਆ ਗਈ। ਇਹਨੂੰ ਅਲਗਾਵ ਦੀ ਸਥਿਤੀ ਕਹਿੰਦੇ ਆ। ਮਨੁੱਖ ਖੰਡਿਤ ਹੋ ਗਿਆ, ਮਨੁੱਖ ਟੁੱਟ ਗਿਆ। ਉਹ ਸਥਿਤੀ ਸੀਗੀ ਫਰਾਂਸ ਦੀ 18ਵੀਂ ਜਾਂ 19ਵੀਂ ਸਦੀ ਦੀ, ਜਿਹੜੀ ਕਿ ਸਾਡੇ ਦਰਮਿਆਨ ਜਿਹੜੀ ਆ ਲੇਟ, ਕਿਉਂਕਿ ਅਸੀਂ ਵਿਕਾਸ ਦੀ ਦਰ ਜਿਹੜੀ ਸਾਡੀ ਹੈਗੀ ਆ ਉਹ ਸਲੋ ਹੈ। ਉਹਨਾਂ ਦੇਸ਼ਾਂ ਵਿੱਚ ਉਹ ਸਥਿਤੀਆਂ ਪਹਿਲਾਂ ਆ ਚੁੱਕੀਆਂ ਸੀਗੀਆਂ, ਉਹਨਾਂ ਨੇ ਤਾਂ ਉਹ ਗੱਲਾਂ ਕੀਤੀਆਂ। ਦੂਜੀ ਵਾਰ ਜਿਹੜਾ ਯਾ ਬੌਦਰੀ ਲਾਰਦ ਕਹਿੰਦਾ ਕਿ ਜਦੋਂ ਵਸਤੂਆਂ ਦਾ ਕਬਜ਼ਾ ਸੀਗਾ ਉਦੋਂ ਤੱਕ ਠੀਕ ਸੀ, ਉਦੋਂ ਤੱਕ ਅਜੇ ਮਨੁੱਖਤਾ ਬਚੀ ਸੀਗੀ। ਲੇਕਿਨ ਉਸ ਤੋਂ ਬਾਅਦ ਕੀ ਹੋਇਆ ਕਿ ਵਸਤੂਆਂ ਵੀ ਨਹੀਂ ਸਾਡੇ ਕੋਲ, ਵਸਤੂਆਂ ਦੇ ਪਰਛਾਵਿਆਂ ਨੇ ਕਬਜ਼ਾ ਕਰ ਲਿਆ। ਵਸਤੂਆਂ ਅਸੀਂ ਕੁਝ ਖਰੀਦਦੇ ਵੀ ਨਹੀਂ ਗਏ, ਅਸੀਂ ਕੁਝ ਵੇਚਦੇ ਵੀ ਨਹੀਂ ਗਏ, ਸਾਡੇ ਕੋਲ ਹੱਥ ਪੱਲੇ ਵੀ ਕੁਝ ਨਹੀਂ ਪੈਂਦਾ ਗਾ, ਲੇਕਿਨ ਅਸੀਂ ਵਸਤੂਆਂ ਦੀ ਭੇਂਟ ਚੜ੍ਹ ਜਾਂਦੇ ਹਾਂ। TV 'ਤੇ ਐਡ ਆਈ, ਸਾਡੀ ਚੇਤਨਾ ਉਸ ਐਡ ਦੀ ਗੁਲਾਮ ਹੋ ਗਈ, ਉਸ ਮਸ਼ਹੂਰੀ ਦੀ ਗੁਲਾਮ ਹੋ ਗਈ, ਔਰ ਅਸੀਂ ਰਾਤੇ ਰਾਤ ਉਹ ਚੀਜ਼ ਖਰੀਦ ਲਈ, ਉਹਦਾ ਸੁਪਨਾ ਦੇਖ ਲਿਆ। ਅਸੀਂ ਪੂਰੀ ਦੀ ਪੂਰੀ ਚੇਤਨਾ, ਪੂਰੀ ਦੀ ਪੂਰੀ ਬੁੱਧੀ, ਸਾਡੀ ਪੂਰੀ ਦਾ ਪੂਰਾ ਵਿਚਾਰ ਉਸ ਚੀਜ਼ ਨੇ ਘੇਰ ਲਿਆ। ਕੋਈ ਸੋਹਣੇ ਕੱਪੜੇ ਦਿਸੇ, ਕੋਈ ਗੱਡੀ ਦਿਸੀ, ਕੋਈ ਵਧੀਆ ਥਾਂ 'ਤੇ ਪਲਾਟ ਦਿਸਿਆ, ਉਹ ਐਡ ਦੇ ਵਿੱਚ ਸਾਨੂੰ ਕੋਈ ਸਾਬਣ ਦਿਸਿਆ। ਉਹ ਐਡ ਨੇ ਸਾਡੇ ਪੂਰੀ ਦੀ ਪੂਰੀ ਚੇਤਨਾ 'ਤੇ ਕਬਜ਼ਾ ਕਰ ਲਿਆ, ਔਰ ਸਾਡੀ ਚੇਤਨਾ ਰਾਤ ਭਰ ਉਹਦੀ ਗੁਲਾਮ ਹੋ ਗਈ। ਔਰ ਉਸ ਪਰਛਾਵੇਂ ਨੇ, ਵਸਤੂ ਨਹੀਂ ਗਈ ਉਹ ਪਰਛਾਵਾਂ ਹੈ, ਔਰ ਉਸ ਪਰਛਾਵੇਂ ਨੇ ਸਾਨੂੰ ਖਰੀਦ ਲਿਆ, ਸਾਨੂੰ ਨਿਚੋੜ ਲਿਆ, ਸਾਡੇ ਬੋਧ ਨੂੰ ਪੂਰੀ ਦਾ ਪੂਰਾ ਨਿਚੋੜ ਲਿਆ। ਅਤੇ ਸਾਡੀ ਆਪਣੀ ਚੇਤਨਾ ਕਿੱਧਰ ਗਈ? ਸਾਡੀ ਆਪਣੀ ਓਰੀਜਨੈਲਿਟੀ ਕਿੱਧਰ ਗਈ ਉਸ ਵੇਲੇ? ਸੋ ਜਦੋਂ ਵਸਤੂਆਂ ਦੇ ਪਰਛਾਵੇਂ ਨੇ ਸਾਡੇ 'ਤੇ ਕਬਜ਼ਾ ਕਰ ਲਿਆ, ਅਤੇ ਉਹਦੀ ਹੈਰਾਨੀ ਤੁਸੀਂ ਦੇਖੋਗੇ ਕਿ ਅੱਜ ਅਸੀਂ ਆਪ ਦੇਖਦੇ ਹਾਂ, ਜਦੋਂ ਬੋਲੀਆਂ ਲੱਗਦੀਆਂ ਨੇ ਕਿ ਇੱਕ ਕਾਰ ਦਾ ਨੰਬਰ ਖਰੀਦਣਾ ਹੁੰਦਾ, ਉਹਦਾ 2.5 ਲੱਖ 3 ਲੱਖ ਰੁਪਈਆ 0005 0001 ਕੀ ਹੈ ਕਿ ਖਰੀਦਿਆ ਕੁਛ ਨਹੀਂ ਗਾ। ਉਹ ਨੰਬਰ ਤੋਂ ਕੁਛ ਵੀ ਨਹੀਂ ਮਿਲ ਰਿਹਾ ਸਾਨੂੰ, ਨਾ ਸਾਡੇ ਲਈ, ਸਾਡੇ ਸਰੀਰ ਲਈ, ਨਾ ਸਾਡੇ ਮਨ ਲਈ, ਨਾ ਸਾਡੀ ਆਤਮਾ ਲਈ, ਕੁਝ ਵੀ ਨਹੀਂ ਦੇ ਰਿਹਾ ਨੰਬਰ ਸਾਨੂੰ। ਲੇਕਿਨ ਉਸ ਨੰਬਰ ਦੇ ਲਈ ਅਸੀਂ ਆਪਣੀ ਕਿਰਤ ਵੇਚ ਦਿੱਤੀ, ਔਰ ਸਾਥੋਂ ਉਹ ਕਿਰਤ ਖੋਹ ਲਈ ਉਹਨਾਂ ਨੇ। ਸੋ ਉਸ ਚੇਤਨਤਾ ਦੀ ਲੋੜ ਆ ਉਸ ਵੇਲੇ ਕਿ ਉਹ ਚੇਤਨਾ ਕਿੱਥੇ ਗਈ ਸਾਡੀ, ਜਿਹਨੇ ਦੇਖਣਾ ਸੀ ਕਿ ਵਸਤੂਆਂ ਕਾਹਦੇ ਲਈ ਹੁੰਦੀਆਂ ਨੇ, ਔਰ ਵਸਤੂਆਂ ਦਾ ਮੁੱਲ ਕੀ ਹੈ, ਜੀਵਨ ਵਿੱਚ ਉਹਨਾਂ ਦੀ ਸਾਰਥਕਤਾ ਕੀ ਹੈ। ਉਹ ਚੀਜ਼ਾਂ ਸਾਥੋਂ ਪਾਸੇ ਹੋ ਗਈਆਂ, ਅਤੇ ਸਾਡੇ ਉੱਤੇ ਉਹਨਾਂ ਵਸਤੂਆਂ ਤੋਂ ਬਾਅਦ ਉਹਨਾਂ ਪਰਛਾਵਿਆਂ ਨੇ ਕਬਜ਼ਾ ਕਰ ਲਿਆ। ਸੋ ਇਹਦੇ ਲਈ ਬੇਸ਼ੱਕ ਵਿਸ਼ਵ ਦਰਸ਼ਨ ਜਿਹੜਾ ਸਾਡੇ ਲਈ ਬੜਾ ਦੁਆਰ ਖੋਲ੍ਹਦਾ ਸਾਡੇ ਲਈ, ਚਾਹੇ ਮਾਰਕਸ ਦਾ ਸਮਾਜਵਾਦ ਹੈ, ਚਾਹੇ ਫਰਾਇਡ ਦਾ ਮਨੋਵਿਗਿਆਨ ਹੈ, ਚਾਹੇ ਪਲੇਟੋ ਹੋਰਾਂ ਦੀ ਰਿਪਬਲਿਕ ਤੋਂ ਗੱਲ ਸ਼ੁਰੂ ਹੋ ਕੇ ਸ਼ਾਪਨਹਾਵਰ ਤੱਕ ਇੱਛਾ ਦੀ ਗੱਲ ਆਉਂਦੀ ਹੈ, ਜਾਂ ਨੀਤਸ਼ੇ ਤੱਕ ਆਉਂਦੀ ਹੈ, ਮਹਾਮਾਨਵ ਦੀ ਗੱਲ ਆਉਂਦੀ ਹੈ। ਲੇਕਿਨ ਮੈਂ ਸੋਚਦਾ ਕਿ ਜੇ ਉਹ ਸਾਰਾ ਕੁਝ ਪਾਸੇ ਰੱਖ ਦਿੱਤਾ ਜਾਵੇ, ਤਾਂ ਜਿੰਨੀ ਚੇਤਨਾ ਸਾਡੀ ਪੰਜਾਬੀ ਅਦਬ ਨੇ ਫੈਲਾਈ ਹੈ, ਪੰਜਾਬੀ ਜਿੱਥੋਂ ਸ਼ੁਰੂ ਹੋਈ ਹੈ, ਜੋ ਦਰਸ਼ਨ, ਜੋ ਫਲਸਫਾ ਸਾਡੇ ਸ਼ੁਰੂ ਹੋਇਆ ਹੈਗਾ, ਜੋ ਪ੍ਰਧਾਨ ਮਾਨਸ ਦੀ ਗੱਲ ਕਰ ਰਹੇ ਸਨ ਨਾ, ਪ੍ਰਧਾਨ ਮਾਨਸ ਕੀ ਹੈ? ਮਹਾਮਾਨਵ ਹੀ ਹੈ ਨਾ।
ਜੋ ਮਹਾਮਾਨਵ ਦੀ ਫਿਲਾਸਫੀ 18ਵੀਂ 19ਵੀਂ ਸਦੀ 'ਚ ਆਉਂਦੀ ਹੈ ਸਾਡੇ ਕੋਲੇ ਪੱਛਮ ਦੇ ਵਿੱਚ, ਤਾਂ ਸਾਡੇ ਗੁਰੂ ਸਾਹਿਬਾਨ ਨੇ ਉਹ 15ਵੀਂ 16ਵੀਂ ਸਦੀ ਵਿੱਚ ਦੇਤੀ। ਉਹ ਮਹਾਮਾਨਵੀ ਫਿਲਾਸਫੀ ਆ, ਉਹ ਕੀ ਵੱਖਰੀ ਨਹੀਂ ਗਈ। ਪਰੰਤੂ ਸਵਾਲ ਕੀ ਹੈ, ਕਮੀ ਕਿੱਥੇ ਹੈ, ਗਲਤੀ ਕਿੱਥੇ ਹੋਈ ਕਿ ਅਸੀਂ ਉਹ ਚੀਜ਼ਾਂ, ਉਹ ਜਿਹੜਾ ਵਰਦਾਨ ਸਾਬਤ ਹੋਣ ਵਾਲੀਆਂ ਲਿਖਤਾਂ ਸੀ ਸਾਡੇ ਕੋਲੇ, ਪ੍ਰਵਚਨ ਸੀ ਜਿਹੜੇ ਸਾਡੇ ਕੋਲ, ਉਹ ਅਸੀਂ ਜਾਂ ਤਾਂ ਉਹਨਾਂ ਲੋਕਾਂ ਨੂੰ ਦੇ ਦਿੱਤੇ ਜਿਨ੍ਹਾਂ ਦਾ ਉਹਨਾਂ ਪ੍ਰਵਚਨਾਂ ਦੇ ਨਾਲ ਕੋਈ ਚੇਤਨਾ ਦਾ ਰਿਸ਼ਤਾ ਨਹੀਂ ਗਾ। ਉਹਨਾਂ ਦਾ ਰਿਸ਼ਤਾ ਸਿਰਫ ਰੋਟੀ ਰੋਜ਼ੀ ਕਮਾਉਣ ਤੱਕ ਹੈ। ਕੁਝ ਡੇਰੇਦਾਰ, ਕੁਝ ਬਾਬੇ, ਕੁਝ ਜਿਨ੍ਹਾਂ ਨੇ ਸਿਰਫ ਉਹਨਾਂ ਨੂੰ ਦੁਹਰਾਉਣਾ ਹੈ, ਹੋਰ ਉਹਨਾਂ ਦਾ ਕੋਈ ਮਤਲਬ ਨਹੀਂ ਗਾ। ਨਾ ਕਿਸੇ ਨੂੰ ਜਗਾਉਣ ਤੱਕ ਮਤਲਬ ਹੈ, ਨਾ ਉਹਨਾਂ ਦੇ ਅੰਦਰ ਤੱਕ ਗਹਿਰਾਈ ਤੱਕ ਜਾਣ ਦਾ ਮਤਲਬ ਹੈਗਾ। ਦੂਜਾ, ਅਸੀਂ ਉਹਨਾਂ ਹਵਾਲੇ ਕਰ ਦਿੱਤੇ ਉਹ ਪ੍ਰਵਚਨ ਜਿਨ੍ਹਾਂ ਲੋਕਾਂ ਨੇ ਉਹਨਾਂ ਪ੍ਰਵਚਨਾਂ ਦੇ ਉੱਤੇ ਗਿਲਾਫ ਚੜ੍ਹਾ ਦਿੱਤੇ। ਉਹਨਾਂ ਦਾ ਪਰਪਸ ਹੀ ਕੁਝ ਹੋਰ ਸੀਗਾ, ਮਤਲਬ ਹੀ ਕੁਝ ਹੋਰ ਸੀਗਾ। ਜਿਨ੍ਹਾਂ ਨੇ PhDਆਂ ਕਰਾਉਣੀਆਂ ਸ਼ੁਰੂ ਕਰ ਦਿੱਤੀਆਂ, ਲੇਕਿਨ PhDਆਂ ਦਾ ਮਤਲਬ ਹੋਰ ਸੀ। ਉਹਨਾਂ ਨੇ ਉਹਨੂੰ ਇੰਨਾ ਔਖਾ ਬਣਾ ਦਿੱਤਾ ਕਿ ਬਾਬਾ ਫਰੀਦ ਦੇ ਸ਼ਲੋਕ ਤੁਸੀਂ ਵੈਸੇ ਪੜ੍ਹੋਗੇ, ਤੁਹਾਡੇ ਅੰਦਰ ਤੱਕ ਉਤਰ ਜਾਣਗੇ, ਲੇਕਿਨ ਜਦੋਂ ਕੋਈ ਵਿਦਵਾਨ, ਕੋਈ ਬਹੁਤ ਦੂਰੋਂ ਯੂਨੀਵਰਸਿਟੀ 'ਚੋਂ ਵਿਦਵਾਨ ਆਇਆ, ਉਹ ਗੱਲ ਕਰੂਗਾ, ਜਾਂ ਕਿਸੇ PhD ਦਾ ਥੀਸਿਸ ਪੜ੍ਹੋਗੇ ਤਾਂ ਤੁਹਾਨੂੰ ਬਾਬਾ ਫਰੀਦ ਐਂ ਲੱਗੂਗਾ ਵੀ ਤਾਂ ਸਮਝ ਨਹੀਂ ਆਉਣਾਗਾ। ਇੰਨਾ ਉਲਝਿਆ ਸ਼ਲੋਕ, ਉਹਨੂੰ ਇੰਨਾ ਗਲਾਫਾਂ 'ਚ ਜਕੜ ਦਿੰਦੇ ਨੇ, ਇੰਨੇ ਸ਼ਬਦ, ਇਹਦੀ ਸੰਰਚਨਾ ਕੀ ਹੈ, ਇਹਦਾ ਚਿਹਨ ਕੀ ਹੈ। ਸੋ ਉਹ ਸਾਰੀਆਂ ਗੱਲਾਂ ਕੀ ਨੇ ਕਿ ਅਸਲੀ ਮਕਸਦ ਜਿਹੜਾ ਹੈਗਾ, ਚੇਤਨਾ ਦਾ ਮਕਸਦ ਆ, ਜਿਹੜੀ ਜਾਗਰਤੀ ਦਾ ਮਕਸਦ ਸੀਗਾ, ਉੱਥੋਂ ਦੂਰ ਹੋ ਗਿਆ। ਅਤੇ ਉਹਦਾ ਨਤੀਜਾ ਕੀ ਨਿਕਲਿਆ ਕਿ ਸਾਡੀਆਂ ਕੁਰਸੀਆਂ ਦੇ ਉੱਤੇ ਉਹੀ ਦਰਿਦਰਤਾ, ਚਾਹੇ ਸਿੱਖਿਆ ਸੰਸਥਾਵਾਂ ਹੋਣ, ਚਾਹੇ ਧਾਰਮਿਕ ਸੰਸਥਾਵਾਂ ਹੋਣ, ਉਹਨਾਂ ਦੇ ਉੱਤੇ ਦਰਿਦਰਤਾ, ਨਪੁੰਸਕਤਾ, ਕਰਮਹੀਨਤਾ, ਇਹਨਾਂ ਚੀਜ਼ਾਂ ਨੇ ਕਬਜ਼ਾ ਕਰ ਲਿਆ। ਕਰਮ ਸਾਥੋਂ ਖੁੱਸ ਗਿਆ, ਸਾਡੇ ਕੋਲੋਂ ਚੇਤਨਤਾ ਖੁੱਸ ਗਈ, ਸਾਡੇ ਕੋਲੋਂ ਜਿਹੜੀ ਜਾਗ ਸੀਗੀ, ਜਿਹਨੇ ਸਾਨੂੰ ਜਗਾਉਣਾ ਸੀਗਾ ਮਨੁੱਖ ਨੂੰ, ਜਿਹਨੇ ਸਾਡੇ ਅੰਦਰ ਨਿਮਰਤਾ ਪੈਦਾ ਕਰਨੀ ਸੀਗੀ, ਉਹ ਚੀਜ਼ਾਂ ਪਾਸੇ ਹੋ ਗਈਆਂ। ਹੰਕਾਰ, ਅਰਥਹੀਨਤਾ, ਕਰਮਹੀਨਤਾ, ਇਹਨਾਂ ਚੀਜ਼ਾਂ ਨੇ ਸਾਡੇ 'ਤੇ ਕਬਜ਼ਾ ਕਰ ਲਿਆ। ਅਤੇ ਉਹ ਕਰੂਪ ਚਿਹਰੇ ਸਾਡੇ ਸਾਹਮਣੇ ਨਜ਼ਰ ਆਉਣ ਲੱਗੇ, ਚਾਹੇ ਸਿੱਖਿਆ ਸੰਸਥਾਵਾਂ ਨੇ, ਚਾਹੇ ਧਾਰਮਿਕ ਸੰਸਥਾਵਾਂ ਨੇ, ਜਿਨ੍ਹਾਂ ਨੇ ਸਾਡੇ ਲਈ ਆਦਰਸ਼ ਬਣਨਾ ਸੀਗਾ, ਉਹ ਕਰੂਪਤਾ ਸਾਡੇ ਸਾਹਮਣੇ ਜਮ੍ਹਾਂ ਹੋਣ ਲੱਗ ਗਈ। ਅਤੇ ਸਾਡਾ ਨੌਜਵਾਨ ਪੀੜ੍ਹੀ ਦਾ ਵਿਸ਼ਵਾਸ ਹੀ ਉੱਠ ਗਿਆ। ਬੜੇ ਇਤਰਾਜ਼ ਹੁੰਦੇ ਨੇ, ਬਹੁਤ ਥਾਵਾਂ 'ਤੇ ਜਾਈਦਾ, ਇਤਰਾਜ਼ ਹੀ ਇੱਕੋ ਹੁੰਦਾ ਕਿ ਨੌਜਵਾਨ ਪੀੜ੍ਹੀ ਨੂੰ ਅਦਬ ਨਹੀਂ, ਨੌਜਵਾਨ ਪੀੜ੍ਹੀ ਨੂੰ ਸਤਿਕਾਰ ਨਹੀਂ ਗਾ, ਨੌਜਵਾਨ ਪੀੜ੍ਹੀ ਵਿਗੜ ਗਈ ਹੈ, ਪੀੜ੍ਹੀ ਵਿਗੜ ਗਈ। ਮੈਂ ਹੈਰਾਨੀਜਨਕ ਕਈ ਵਾਰ ਐਲਾਨ ਕੀਤਾ, ਅਸੀਂ ਪੈਰਾਂ ਵਿੱਚ ਝੁਕਣ ਨੂੰ ਤਿਆਰ ਹੈ, ਸਾਡੀ ਸਾਰੀ ਦੀ ਸਾਰੀ ਨੌਜਵਾਨ ਪੀੜ੍ਹੀ ਪੈਰਾਂ 'ਚ ਝੁਕਣ ਨੂੰ ਤਿਆਰ ਹੈ, ਲੇਕਿਨ ਸਾਨੂੰ ਕਦਮ ਤਾਂ ਚਾਹੀਦੇ ਨੇ, ਉਹ ਸਾਨੂੰ ਕਦਮ ਦਿਓ, ਸਾਨੂੰ ਪੈਰ ਤਾਂ ਦਿਓ। ਉਹ ਅਸੀਂ ਕਿਹਦੇ ਅੱਗੇ ਝੁਕੀਏ? ਕਿ ਉਹਨਾਂ ਅੱਗੇ ਝੁਕੀਏ ਜਿਹੜੇ ਲੋਕ ਸਾਥੋਂ PhDਆਂ ਕਰਾਉਣ ਦੇ ਵੀ 50-50 ਹਜ਼ਾਰ ਰੁਪਇਆ ਮੰਗਦੇ ਨੇ, ਸਾਥੋਂ ਭਾਂਡੇ ਮਜਾਉਂਦੇ ਨੇ? ਉਹਨਾਂ ਅੱਗੇ ਝੁਕੀਏ ਅਸੀਂ? ਕਿ ਉਸ ਬਾਬੇ ਅੱਗੇ ਝੁਕੀਏ ਜਿਹੜਾ ਖੁਦ ਕਿਰਤ ਨਹੀਂ ਕਰਦਾ, ਖੁਦ ਦੇ ਉਹਦੇ ਹੱਥ ਕੂਲੇ ਨੇ, ਲੋਕਾਂ ਦੀ ਕਿਰਤ 'ਤੇ ਪਲਦਾ, ਉਹਦੇ ਅੱਗੇ ਕਿਉਂ ਝੁਕੀਏ ਅਸੀਂ, ਜਿਹੜਾ ਲੋਕਾਂ ਨੂੰ ਨਿਚੋੜ ਰਿਹਾ ਹੈਗਾ? ਸੋ ਇਹ ਗੱਲਾਂ, ਇਹ ਸਵਾਲ ਨੇ ਸਾਡੇ ਸਾਹਮਣੇ, ਜੀਵੰਤ ਸਵਾਲ ਨੇ ਜਿਹੜੇ ਨੌਜਵਾਨਾਂ ਨੂੰ ਸੋਚਣੇ ਬਣਦੇ ਨੇ। ਸੋ ਮੈਂ ਗੱਲ ਕਰਾਂਗਾ ਕੁਝ ਹੋਰ ਜਿਹੜੇ ਕਿ ਪੰਜਾਬੀ ਚੇਤਨਾ ਦੇ ਵਿੱਚ ਜਿਹੜੀਆਂ ਗੱਲਾਂ ਨੇ, ਜਿਨ੍ਹਾਂ ਨੂੰ ਅਸੀਂ ਹੋਰ ਖੋਜਣਾ ਹੈਗਾ ਨੌਜਵਾਨਾਂ ਨੇ ਸਾਡੇ ਖਾਸ ਤੌਰ 'ਤੇ, ਕਿ ਇਹਨਾਂ ਨੂੰ ਅਸੀਂ ਕਿਵੇਂ ਲੈਣਾ ਹੈਗਾ। ਬਾਬਾ ਫਰੀਦ ਸਭ ਤੋਂ ਸਾਡੇ ਪਹਿਲੇ ਹਸਤਾਖਰ ਨੇ ਜਿਨ੍ਹਾਂ ਨੇ ਪੰਜਾਬੀ ਚੇਤਨਾ ਨੂੰ ਗੌਰਵ ਦਿੱਤਾ ਹੈ। ਉਹਨਾਂ ਵਿੱਚ ਦੇਖੋ, ਜਦੋਂ ਗੱਲ ਕਰਦੇ ਨੇ ਨਾ, ਉਹ ਕੰਦੀ ਵਹਿ ਨਾ ਢਾਹੋ ਤੈਂ ਭੀ ਲੇਖਾ ਦੇਵਨਾ, ਮਾਰਕਸਵਾਦੀ ਚੇਤਨਾ। ਇਹ ਇੱਕ ਜਰਵਾਣੇ ਨੂੰ ਕਹੀ ਜਾ ਰਹੀ ਗੱਲ ਵੀ ਤੂੰ ਕੰਧ ਨਾ ਢਾਹ, ਜਰਵਾਣਾ ਦਰਿਆ ਨੂੰ ਕਹਿ, ਤੂੰ ਵੀ ਲੇਖਾ ਦੇਵਨਾ ਹੈਗਾ। ਜਾਂ ਜਦੋਂ ਕਹਿੰਦੇ ਨੇ ਰੋਟੀ ਮੇਰੀ ਕਾਠ ਕੀ ਲਾਵਨ ਮੇਰੀ ਭੁੱਖ, ਉਹ ਕਾਠ ਦੀ ਰੋਟੀ ਮਿਹਨਤ ਦੀ ਗੱਲ ਹੈ, ਸਖਤ ਰੋਟੀ, ਸਖਤ ਮਿਹਨਤ ਨਾਲ ਕਮਾਈ ਹੋਈ ਰੋਟੀ, ਉਹ ਮਾਰਕਸਵਾਦੀ ਚੇਤਨਾ ਹੈਗੀ ਹੈ। ਕਿੱਥੇ ਮਾਰਕਸਵਾਦੀ ਚੇਤਨਾ ਪਈ ਹੈ ਸਾਡੀ? ਕਿੱਥੇ ਕਿਰਤ ਦੀ ਗੱਲ ਪਈ ਹੈਗੀ ਹੈ? ਜੇ ਅਸੀਂ ਸਮਾਜਵਾਦ ਦੇ ਨਾਅਰੇ ਲਾ ਕੇ ਨਹੀਂ ਪਹੁੰਚਾ ਸਕੇ, ਲੋਕਾਂ ਨੂੰ ਜਗਾ ਨਹੀਂ ਸਕੇ, ਤਾਂ ਮਤਲਬ ਸਾਡਾ ਹੈਗਾ, ਸਾਡਾ ਕਸੂਰ ਹੈ ਕਿ ਸਾਡੇ ਕੋਲ ਕਿਰਤ ਦੀ ਚੇਤਨਾ, ਬਰਾਬਰਤਾ ਦੀ ਚੇਤਨਾ ਪਈ ਹੈਗੀ ਹੈ। ਉਹ ਪੰਜਾਬੀ ਸਾਡਾ ਗੌਰਵ ਹੈਗਾ। ਜੇ ਗੁਰੂ ਨਾਨਕ, ਜਾਂ ਜਦੋਂ ਗੱਲ ਕਰਦੇ ਨੇ ਉਹ ਫਰੀਦਾ ਬਾਰ ਪਰ ਆਏ ਬੈਸਨਾ ਸਾਈਂ ਮੁਝੇ ਨਾ ਦੇ, ਜੇ ਤੂੰ ਐਵੇਂ ਰੱਖ ਸੀ ਜਿਉ ਸਰੀਰੋ ਲੈ, ਉਹ ਕਿੱਡੇ ਵੱਡੇ ਗੌਰਵ ਦੀ ਗੱਲ ਹੈ, ਕਿੱਡੇ ਸਵੈਮਾਨ ਦੀ ਗੱਲ ਹੈ, ਉਹ ਮਹਾਮਾਨਵੀ ਸੋਚ ਹੈ। ਜਾਂ ਜਦੋਂ ਗੁਰੂ ਨਾਨਕ ਗੱਲ ਕਰਦੇ ਨੇ ਪੂੰਜੀ ਮਾਰ ਪਵੇ ਨਿਤ ਮੁਦਗਰ, ਪਾਪ ਕਰੇ ਕੋਟ ਵਾਰੀ, ਉਹ ਪੂੰਜੀ ਨੂੰ ਕੀ ਸਮਝਦੇ ਨੇ? ਉਹ ਕਿ ਪੂੰਜੀ ਕਿਵੇਂ ਵਿਅਕਤੀ ਦੀ ਚੇਤਨਾ ਕਸ਼ੀਦਦੀ ਹੈ, ਨਿਚੋੜਦੀ ਹੈ, ਔਰ ਕਿਵੇਂ ਉਹ ਪਾਪ ਕਰਦਾ ਹੈਗਾ, ਸਮਾਜ ਵਾਸਤੇ ਪਾਪੀ ਸਿੱਧ ਹੁੰਦਾ ਹੈਗਾ। ਉਹ ਉਹੀ ਭਵਿੱਖਬਾਣੀਆਂ ਨੇ ਜੋ ਮਾਰਕਸ ਨੇ ਕੀਤੀਆਂ ਬਾਅਦ ਦੇ ਵਿੱਚ, ਕਿ ਪੂੰਜੀਵਾਦੀ ਖੁਦ ਨੂੰ ਤਬਾਹ ਕਰਦਾ ਹੈਗਾ। ਪੂੰਜੀਪਤੀ ਪਹਿਲਾਂ ਆਪਣੇ ਆਪ ਨੂੰ ਨਿਚੋੜਦਾ ਲੋਕਾਂ ਨੂੰ, ਫਿਰ ਖੁਦ ਆਪਣੇ ਹੱਥੋਂ ਹੀ ਤਬਾਹ ਹੁੰਦਾ ਹੈਗਾ। ਉਹ ਉਹੀ ਚੇਤਨਾ ਹੈਗੀ ਹੈ ਜਿਹੜੀ ਗੁਰੂ ਸਾਹਿਬਾਨ ਨੇ ਪਹਿਲਾਂ ਦਿੱਤੀ ਹੈਗੀ ਹੈ। ਹੋਰ ਬੜਾ ਕਮਾਲ ਦਾ ਸ਼ਬਦ ਆ ਉਹਨਾਂ ਦਾ, ਜਿਸ ਸਿੱਕਦਾਰੀ ਤਿਸੇ ਖੁਆਰੀ, ਚਾਕਰ ਕਿਹੇ ਡਰਨਾ। ਜਿਹੜਾ ਮਾਲਕ ਬਣਦਾ ਨਾ ਕਿਸੇ ਨੂੰ ਅਧੀਨ ਕਰਦਾ, ਉਸੇ ਨੂੰ ਖੁਆਰੀ ਹੁੰਦੀ ਹੈ, ਚਾਕਰ ਨੂੰ ਕਾਹਦਾ ਡਰ ਹੈਗਾ। ਜਾ ਸਿੱਕਦਾਰੇ ਪਵੇ ਜੰਜੀਰੀ,
ਤਾਂ ਚਾਕਰ ਉੱਥੋਂ ਮਰਨਾ। ਜਦੋਂ ਉਹਨੂੰ ਜੰਜੀਰ ਪੈਂਦੀ ਹੈ ਨਾ, ਫਿਰ ਚਾਕਰ ਦੇ ਉੱਥੋਂ ਹੀ ਮਰਨਾ ਪੈਂਦਾ। ਉਹ ਪੂਰੀ ਦੀ ਪੂਰੀ ਉਹੀ ਚੇਤਨਾ ਹੈਗੀ ਆ ਕਿ ਜੇ ਪੂੰਜੀਪਤੀ ਜਦੋਂ ਸਮਾਜਵਾਦ ਆਉਂਦਾ ਹੈਗਾ ਤਾਂ ਉਸ ਵੇਲੇ ਉਹੀ ਲੋਕ ਉਹਨੂੰ ਖਤਮ ਕਰਦੇ ਨੇ ਜਿਨ੍ਹਾਂ ਨੇ ਲੁੱਟਿਆ ਹੁੰਦਾ। ਸੋ ਜਾਂ ਉਸ ਤੋਂ ਬਾਅਦ ਭਗਤਾਂ ਦੀ ਗੱਲ ਕਰੀਏ, ਅਸੀਂ ਭਗਤ ਰਵਿਦਾਸ ਦੀ ਗੱਲ ਕਰਦੇ ਹਾਂ। ਬੇਗਮਪੁਰਾ ਸ਼ਹਿਰ ਕਾ ਨਾਮ ਜਦੋਂ ਗੱਲ ਕਰਦੇ ਨੇ, ਬੇਗਮਪੁਰਾ ਕੀ ਹੈ? ਬੇਗਮਪੁਰਾ ਜਿੱਥੇ ਮਾਲੀਆ ਨਹੀਂ, ਜਿੱਥੇ ਟੈਕਸ ਨਹੀਂ, ਜਿੱਥੇ ਆਨੰਦ ਹੀ ਆਨੰਦ ਹੈ, ਉਹ ਉਹੀ ਸਮਾਜਵਾਦੀ ਚੇਤਨਾ ਹੈਗੀ ਆ। ਫਿਰ ਜਦੋਂ ਫਰਾਇਡ ਗੱਲ ਕਰਦਾ, ਕਿਉਂਕਿ ਤਿੰਨ ਜਿਹੜੇ ਫਿਲਾਸਫਰ ਨੇ, ਬਹੁਤ ਵੱਡਾ ਇਹਨਾਂ ਨੇ ਵਿਸ਼ਵ ਦੇ ਉੱਤੇ ਪ੍ਰਭਾਵ ਪਾਇਆ, ਚਾਹੇ ਮਾਰਕਸ ਹੈ, ਫਰਾਇਡ ਹੈ, ਜਾਂ ਸ਼ੋਪਨਹਾਵਰ ਤੋਂ ਲੈ ਕੇ ਨੀਤਸ਼ੇ ਹੋ ਰਹੇ ਨੇ, ਜਿਨ੍ਹਾਂ ਨੇ ਅਸਤਿਤਵਵਾਦ ਦੇ ਵਿੱਚ ਸਾਰਤਰ ਤੋਂ ਲੈ ਕੇ ਕੀਰਤੇਗਾਰਦ ਹੈਗਾ, ਇਹਨਾਂ ਨੇ ਅਸਤਿਤਵਵਾਦ ਦੇ ਵਿੱਚ, ਫਰਾਇਡ ਨੇ ਮਨੋਵਿਗਿਆਨ ਦੇ ਵਿੱਚ, ਔਰ ਮਾਰਕਸ ਨੇ ਸਮਾਜਵਾਦ ਦੇ ਵਿੱਚ, ਔਰ ਬੜੇ ਵੱਡੇ ਪੱਧਰ 'ਤੇ ਪ੍ਰਭਾਵ ਪਾਇਆ। ਜਿਹੜੀ ਫਰਾਇਡ ਦੀ ਗੱਲ ਹੈਗੀ ਹੈ, ਜਦੋਂ ਅਵਚੇਤਨ ਦੀ ਗੱਲ ਕਰਦਾ ਹੈ ਉਹ, ਕਿ ਮਨੁੱਖ ਦਾ ਸੁਧਾਰ ਉਨੀ ਦੇਰ ਸੰਭਵ ਹੀ ਨਹੀਂਗਾ ਜਿੰਨੀ ਦੇਰ ਉਹਦਾ ਅਵਚੇਤਨ ਅਤੇ ਚੇਤਨ ਇੱਕ ਸੁਰ ਨਹੀਂ ਹੁੰਦੇ। ਜਿਹੜੇ ਉਹਦੇ ਰੋਗ ਪਏ ਨੇ, ਉਹ ਕਿੱਥੇ ਪਏ ਨੇ? ਉਹ ਰੋਗ, ਉਹ ਮਨ ਵੱਖਰਾ ਹੈਗਾ। ਉਹ ਮਨ ਜਿਵੇਂ ਬਰਫ਼ ਦਾ ਟੁਕੜਾ ਤੈਰਦਾ ਹੁੰਦਾ ਪਾਣੀ ਦੇ ਵਿੱਚ, ਉਹਦਾ 9 ਹਿੱਸੇ ਥੱਲੇ ਦੱਬਿਆ ਹੁੰਦਾ, 1 ਹਿੱਸਾ ਉੱਪਰ ਹੁੰਦਾ, 9 ਹਿੱਸੇ ਉਹਦਾ ਨੀਚੇ ਹੈ। ਅਸਲੀ ਕਮਾਂਡ ਜਿਹੜੀ ਆ 9 ਹਿੱਸਿਆਂ ਨੇ ਕਰਨੀ ਹੈ, ਉੱਪਰਲੇ ਨੇ ਨਹੀਂ ਕਰਨੀ ਗੀ। ਜੇ ਉਹ ਗੱਲ ਕਰਦਾ ਹੈਗਾ ਕਿ ਤੁਸੀਂ ਜੋ ਸੁਪਨੇ ਦਾ ਅਧਿਐਨ ਕਰਦਾ ਹੈਗਾ ਕਿ ਜਦੋਂ ਚੰਗੇ ਚੰਗੇ ਮਨੁੱਖ ਨੇ ਜਿਹੜੇ ਬੜੇ ਆਪਣੇ ਨੈਤਿਕ ਸਿੱਧ ਕਰਦੇ ਨੇ, ਉਹਨੂੰ ਸੁਪਨੇ ਦੇਖੋ, ਉਹਨਾਂ ਸੁਪਨੇ ਜਿਹੜੇ ਮਹਾਂ ਅਨੈਤਿਕ ਹੁੰਦੇ ਨੇ, ਉਹ ਉਹੀ ਗੱਲ ਕਰਦੇ ਨੇ ਕਿ ਜਦੋਂ ਗੁਰੂ ਸਾਹਿਬ ਕਹਿੰਦੇ ਨੇ, ਜੋ ਜੀ ਹੋਵੇ ਸਾ ਉਗਵੇ ਮੂੰਹ ਕਾ ਕਹਿਆ ਵਾਓ। ਅੰਦਰ ਕੀ ਹੈ? ਗੱਲਾਂ ਨਾਲ ਕੁਛ ਨਹੀਂ ਗਾ, ਗੱਲਾਂ ਤਾਂ ਕੋਈ ਵੀ ਚੰਗੀਆਂ ਸਿੱਖ ਸਕਦਾ ਹੈਗਾ, ਤੋਤਾ ਰਟਣ ਤਾਂ ਕੋਈ ਵੀ ਕਰ ਸਕਦਾ ਹੈਗਾ। ਜੀ 'ਚ ਕੀ ਹੈ? ਅਸਲੀ ਸਾਹਮਣੇ ਉਹ ਚੀਜ਼ ਹੀ ਆਉਣੀ ਹੈਗੀ ਹੈ। ਅਸਲੀ ਬਾਤ ਦੇ ਵਿੱਚ ਜੋ ਰਿਜ਼ਲਟ ਮਿਲਣੇ ਨੇ, ਜੋ ਨਤੀਜੇ ਮਿਲਣੇ ਨੇ, ਉਹ ਉੱਥੋਂ ਹੀ ਆਉਣੇ ਨੇ ਜੋ ਜੀ ਦੇ ਵਿੱਚ ਪਿਆ ਹੈਗਾ। ਜੇ ਬਾਬਾ ਫਰੀਦ ਨੇ ਵੀ ਇਹੀ ਗੱਲ ਕੀਤੀ ਹੈਗੀ ਹੈ ਪਹਿਲਾਂ ਉਸ ਤੋਂ, ਕਿ ਕਾਲੇ ਮੈਡੇ ਕੱਪੜੇ ਕਾਲਾ ਮੈਡਾ ਵੇਸ, ਗੁਣ ਹੀ ਭਰਿਆ ਮੈਂ ਫਿਰਾਂ ਲੋਕ ਕਹਿਣ ਦਰਵੇਸ਼। ਵੀ ਬਾਹਰ ਦਾ ਅਤੇ ਅੰਦਰ ਦਾ ਫਾਸਲਾ ਕੀ ਹੈਗਾ? ਉਸ ਫਾਸਲੇ ਨੂੰ ਮਿਟਾਉਣਾ, ਉਹ ਜਿੰਨਾ ਜ਼ੋਰ ਫਰਾਇਡ ਨੇ ਦਿੱਤਾ ਹੈਗਾ, ਉਹੀ ਜ਼ੋਰ ਉਹ ਸਾਡੀ ਅਧਿਆਤਮਿਕ ਚੇਤਨਾ ਜਿਹੜੀ ਹੈਗੀ ਆ ਉਹ ਦੇ ਰਹੀ ਹੈਗੀ ਆ। ਸੋ ਪੰਜਾਬੀ ਵਾਲਿਆਂ ਨੂੰ ਇਸ ਗੱਲ 'ਤੇ ਮੈਂ ਗੌਰਵ ਮਹਿਸੂਸ ਕਰਾਉਣਾ ਚਾਹੁੰਦਾ ਹੈਗਾ ਇਸ ਗੱਲ ਦਾ, ਕਿ ਕਿੱਥੇ ਕਿੱਥੇ ਸਾਡੀ ਚੇਤਨਾ ਪਈ ਹੈਗੀ ਹੈ, ਜਿਹਨਾਂ ਨੂੰ ਅਸੀਂ ਪਕੜਦੇ ਨਹੀਂ ਗੇ। ਤੀਸਰੀ ਗੱਲ ਜਦੋਂ ਆਉਂਦੀ ਹੈ, ਮੈਂ ਕਿਤਾਬ 'ਚ ਦੇਖਿਆ, ਕਿਉਂਕਿ ਇਹ ਕਿਤਾਬ ਜਿਹੜੀ ਆ ਫਰੈਡਰਿਕ ਨੀਤਸ਼ੇ ਦੀ, ਇਹ ਅਨੁਵਾਦ ਨਹੀਂ ਗਾ, ਇਹਨੂੰ ਮੈਂ ਪੰਜਾਬੀ ਚੇਤਨਾ 'ਚ ਢਾਲਿਆ। ਪਹਿਲਾਂ ਆਪਣੇ ਅੰਦਰ ਸਮੋਇਆ, ਰਿੜਕਿਆ ਉਹਨੂੰ ਪੂਰੀ ਤਰ੍ਹਾਂ, ਉਹਨੂੰ ਫਿਰ ਪੰਜਾਬੀ ਦੇ ਹਾਣ ਦਾ ਕੀਤਾ, ਉਹਨੂੰ ਸਿਰਜਣਾ ਉਹਦੇ ਵਿੱਚ ਬਹੁਤ ਸਾਰੀ। ਅਤੇ ਮੈਂ ਹੈਰਾਨ ਸੀਗਾ ਕਿ ਜਦੋਂ ਫਰੈਡਰਿਕ ਨੀਤਸ਼ੇ ਗੱਲ ਕਰਦਾ ਹੈ ਕਿ ਮਹਾਮਾਨਵ ਕੌਣ ਹੁੰਦਾ ਹੈ? ਮਹਾਮਾਨਵ ਉਹ ਆ ਜਿਹੜਾ ਇੱਕ ਮਹਾਮਾਨਵ ਅਤੇ ਬੌਣੇ ਦੇ ਵਿੱਚ ਇੱਕ ਬੌਣਾ ਮਨੁੱਖ ਹੈ, ਇੱਕ ਮਹਾਮਾਨਵ ਹੈ। ਬੌਣਾ ਮਨੁੱਖ ਕੌਣ ਹੈ? ਜਿਹੜਾ ਨਿੱਕੀ ਨਿੱਕੀ ਗੱਲ 'ਤੇ ਰੋਣਾ ਸ਼ੁਰੂ ਕਰ ਦਿੰਦਾ, ਨਿੱਕੀ ਨਿੱਕਾ ਘਾਟਾ ਪੈ ਗਿਆ, ਉੱਥੇ ਸਿਰ ਸੁੱਟ ਕੇ ਬੈਠ ਗਿਆ, ਅਤੇ ਨਿੱਕੀ ਜਿਹੀ ਖੁਸ਼ੀ ਆਈ ਕਿਤੇ ਟਪੂਸੀਆਂ ਮਾਰਨ ਲੱਗ ਗਿਆ। ਇਹ ਬੌਣੇ ਮਨੁੱਖ ਨੇ, ਕਹਿੰਦਾ ਇਹਨਾਂ ਦਾ ਕਦੇ ਵੀ ਇਹ ਵਿਕ ਸਕਦਾ, ਕਦੇ ਵੀ ਦੂਜੇ ਨੂੰ ਖਰੀਦਦਾ, ਕਿਤੇ ਦੂਜੇ ਦੇ ਉੱਤੇ ਮੋਢੇ 'ਤੇ ਸਵਾਰ ਹੋ ਸਕਦਾ। ਲੰਗੂਰਾਂ ਵਰਗੇ ਮਨੁੱਖ ਨੇ ਇਹ, ਚਾਹੇ ਪੂੰਜੀਪਤੀ ਨੇ, ਚਾਹੇ ਇਨ ਕਿ ਉਹ ਲੇਖਕ ਲੋਕਾਂ ਨੂੰ ਵੀ ਇਹਨਾਂ ਦੇ ਘੇਰੇ 'ਚ ਲਿਆਉਂਦਾ ਹੈਗਾ, ਫਿਲਾਸਫਰ ਲੋਕਾਂ ਨੂੰ ਵੀ ਇਹਨਾਂ ਦੇ ਘੇਰੇ 'ਚ ਲਿਆਉਂਦਾ ਹੈਗਾ, ਕਿ ਜਿਹੜੇ ਦੂਜਿਆਂ ਦੇ ਵਿਚਾਰਾਂ ਨੂੰ ਹੜੱਪ ਕਰਦੇ ਨੇ, ਆਪਣੇ ਕੋਲੇ ਕੁਛ ਨਹੀਂ ਗਾ। ਖੁਦ ਉਹਨਾਂ ਨੂੰ ਕਹਿੰਦਾ ਆਟੇ ਵਾਲੀਆਂ ਬੋਰੀਆਂ, ਜਿਵੇਂ ਆਟੇ ਵਾਲੀਆਂ ਬੋਰੀਆਂ ਹੁੰਦੀਆਂ, ਉਹਦੇ ਕੋਲ ਆਟਾ ਪੈਦਾ ਨਹੀਂ ਕਰ ਸਕਦੀਆਂ ਬੋਰੀਆਂ ਸਿਰਫ ਆਟਾ ਭਰਿਆ ਹੁੰਦਾ। ਉਹ ਕਹਿੰਦਾ ਜਿਹੜੇ ਤੁਹਾਡੇ ਯੂਨੀਵਰਸਿਟੀਆਂ 'ਚ ਵਿਦਵਾਨ ਬੈਠੇ ਨੇ ਨਾ, ਆਟੇ ਵਾਲੀਆਂ ਬੋਰੀਆਂ ਨੇ ਇਹ, ਇਹਨਾਂ ਕੋਲ ਖੁਦ ਆਟਾ ਪੈਦਾ ਕਰਨ ਦੀ ਸਮਰੱਥਾ ਨਹੀਂ ਗੀ। ਇਹ ਤਾਂ ਦੂਜੇ ਸਿਰਜਕਾਂ ਦੇ ਵਿਚਾਰ ਦੇਖਦੇ ਨੇ, ਸਾਡੀ ਗਲੀ 'ਚੋਂ ਲੰਘਣਗੇ ਤਾਂ ਅਸੀਂ ਇਹ 'ਤੇ ਕਬਜ਼ਾ ਕਰਾਂਗੇ। ਸੋ ਸਿਰਜਕ ਤਾਂ ਕਿਤੇ ਹੋਰ ਬੈਠੇ ਨੇ, ਅਤੇ ਦੂਜੇ ਸਾਰੀ ਫਿਰ ਉਮਰ 'ਚ ਆਟੇ ਵਾਲੀਆਂ ਬੋਰੀਆਂ ਦੇ ਕਮਾਈ ਆਸਰੇ ਕਮਾਈ ਕਰਦੇ ਨੇ। ਸੋ ਉਹਨਾਂ ਨੂੰ ਉਹ ਸਾਰਿਆਂ ਦੇ ਸਾਰਿਆਂ ਨੂੰ ਇੱਕ ਪਾਸੇ ਰੱਖ ਦਿੰਦਾ ਉਹ, ਅਤੇ ਉਹਦੇ ਉੱਤੇ ਜਿਹੜਾ ਮਹਾਮਾਨਵ ਹੈ, ਉਹ ਜਿਹੜਾ ਮਨੁੱਖ ਜਾਤੀ ਲਈ ਸਿਤਾਰਾ ਹੈ, ਮਨੁੱਖ ਜਾਤੀ ਲਈ ਆਸ ਦੀ ਕਿਰਨ ਹੈ, ਉਹਨੂੰ ਉਹ ਉੱਪਰ ਰੱਖਦਾ ਕਿ ਅਸਲ ਵਿੱਚ ਕੀ ਆ ਉਹ ਕਿੱਥੇ ਕਿੱਥੇ ਮਨੁੱਖ ਨੂੰ ਚੋਟ ਕਰਦਾ, ਮਨੁੱਖ ਨੂੰ ਕਿਵੇਂ ਜਗਾਉਂਦਾ ਹੈ, ਕਿੱਥੇ ਕਿੱਥੇ ਬੌਣਿਆਂ ਦੀ ਜਿਹੜੀ ਸਲਤਨਤ ਹੈ ਉਹਨੂੰ ਉਹ ਕਿੱਥੇ ਕਿੱਥੇ ਤਬਾਹ ਕਰਦਾ, ਔਰ ਕਿਵੇਂ ਤਬਾਹ ਕਰਦਾ। ਸੋ ਮੈਂ ਹੈਰਾਨ ਇਸ ਗੱਲੋਂ ਕਿ ਜਦੋਂ ਫਰੈਡਰਿਕ ਨੀਤਸ਼ੇ ਗੱਲ ਕਰ ਰਿਹਾ ਕਿ ਬੌਣਾ ਮਨੁੱਖ ਨਿੱਕੀ ਜਿਹੀ ਘਾਟੇ ਤੋਂ ਸਿਰ ਸੁੱਟ ਕੇ ਬੈਠ ਜਾਂਦਾ ਹੈ, ਔਰ ਥੋੜ੍ਹੀ ਜਿਹੀ ਖੁਸ਼ੀ ਮਿਲੇ ਤਾਂ ਟਪੂਸੀਆਂ ਮਾਰਨੀ ਸ਼ੁਰੂ ਕਰ ਦਿੰਦਾ। ਅਤੇ ਭਗਤ ਰਵਿਦਾਸ ਦਾ ਜਿਹੜਾ ਸ਼ਬਦ ਹੈ ਉਹ ਬੜਾ ਮੇਰੇ ਅੰਦਰ ਘੁੰਮਦਾ ਰਿਹਾ ਕਾਫੀ ਸਮੇਂ ਤੱਕ, ਜਿਹੜਾ ਬੜਾ ਮਸ਼ਹੂਰ ਸ਼ਬਦ ਆ ਉਹ, ਮਾਟੀ ਕਾ ਪੁੱਤਰਾ ਕੈਸੇ ਨਚਤ ਹੈ, ਦੇਖੇ ਦੇਖੈ ਸੁਨੇ ਬੋਲੇ ਦੌੜਿਓ ਫਿਰਤ ਹੈ, ਜਬ ਕਿਛ ਪਾਵੇ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲਗਤ ਹੈ। ਸੋ
ਪੂਰੀ ਦਾ ਪੂਰਾ ਮਹਾਮਾਨਵ ਤੇ ਬੌਣੇ ਦੇ ਵਿੱਚ ਉਹਨਾਂ ਨੇ ਸਾਡੇ ਸਾਹਮਣੇ ਉਸ ਮਨੁੱਖ, ਲਘੂ ਮਨੁੱਖ ਕੀ ਹੈ, ਬੌਣਾ ਮਹਾਮਾਨਵ ਕੀ ਹੈਗਾ, ਸਾਡੇ ਸਾਹਮਣੇ ਪੂਰੀ ਦੀ ਪੂਰੀ ਚੇਤਨਾ ਰੱਖ ਦਿੱਤੀ ਉਹਨਾਂ ਨੇ। ਇੱਕ ਹੋਰ ਇਹ ਤਾਂ ਹੈਗਾ ਸਾਡੀ ਅਧਿਆਤਮਿਕ ਚੇਤਨਾ। ਪਰ ਮੈਂ ਨੌਜਵਾਨਾਂ ਨੂੰ, ਖਾਸ ਤੌਰ 'ਤੇ ਵਿਦਿਆਰਥੀਆਂ ਨੂੰ ਇਹ ਜ਼ਰੂਰ ਬੇਨਤੀ ਕਰਦਾ ਕਿ ਸਾਡਾ ਲੋਕ ਸਾਹਿਤ ਜ਼ਰੂਰ ਪੜ੍ਹਿਆ ਜਾਓ। ਲੋਕ ਸਾਹਿਤ ਦੇ ਵਿੱਚ ਉਹ ਖਜ਼ਾਨਾ ਪਿਆ, ਉਹ ਸਮਾਜਿਕ ਖਜ਼ਾਨਾ, ਧਰਮ ਤਾਂ ਹੈ ਹੀ ਹੈ ਨਾਲ, ਸਮਾਜਿਕ ਖਜ਼ਾਨਾ ਜਿਸ 'ਚ ਲੋਕ ਧਰਮ ਹੈ, ਜਿਹੜਾ ਕਿ ਸਭ ਦਾ ਧਰਮ ਹੁੰਦਾ ਹੈ। ਮੈਨੂੰ ਤਾਂ ਸਿਰਫ ਇੱਕ ਥੋੜ੍ਹੀਆਂ ਜਿਹੀਆਂ ਲਾਈਨਾਂ ਮੈਂ ਚੁਣ ਕੇ ਲਿਆਈ ਤੁਹਾਡੇ ਲਈ। ਦੇਖੋ ਪੂਰੇ ਦਾ ਪੂਰਾ ਆਯੁਰਵੇਦ ਕਿਵੇਂ ਪਿਆ ਵਿੱਚ ਇਹਦੇ, ਪੂਰੇ ਦਾ ਸਾਨੂੰ ਚੇਤਨਾ ਤੇ ਮਾਣ ਵਾਲੀ ਗੱਲ ਕਿਹੜੀ ਆ, ਮਤਲਬ ਸਾਡੀ ਜਿਹੜੀ ਪੰਜਾਬੀ ਚੇਤਨਾ ਪਈ ਹੈਗੀ ਆ, ਮਨੁੱਖ ਦਾ ਪੂਰੇ ਦਾ ਪੂਰਾ ਖਾਣ ਪੀਣ ਦਾ ਸਿਸਟਮ ਪੂਰੇ ਦੇ ਪੂਰੇ ਸਾਲ ਦਾ ਕਿਵੇਂ ਸਾਡੇ ਉਹਨਾਂ ਮਹਾਰਥੀਆਂ ਨੇ ਥੋੜ੍ਹੀਆਂ ਜਿਹੀਆਂ ਲਾਈਨਾਂ ਵਿੱਚ ਬੰਨ੍ਹਤਾ, ਜਿਹੜੇ ਕਿ ਸਾਡੇ ਆਯੁਰਵੇਦਿਕ ਗ੍ਰੰਥ ਜਿਹੜੇ ਨੇ ਸਾਨੂੰ ਕਿੰਨਾ ਸਮਾਂ ਯੋਗਾ ਵਾਲੇ ਗੁਰੂਆਂ ਦੇ ਸੁਣਨੇ ਪੈਂਦੇ ਨੇ, ਪ੍ਰਵਚਨ ਸੁਣਨੇ, ਉਹਨਾਂ ਦੇ ਗ੍ਰੰਥ ਪੜ੍ਹੋ ਜੀ, ਕੀ ਖਾਣਾ ਕੀ ਨਹੀਂ ਖਾਣਾਗਾ। ਲੇਕਿਨ ਸਾਡਾ ਲੋਕ ਸਾਹਿਤ ਚੇਤਰ ਚਨਾ, ਵਿਸਾਖ 'ਚ ਬੇਲ, ਚੇਤ 'ਚ ਚਨਾ ਖਾਣਾ ਚੰਗਾ ਹੁੰਦਾ ਹੈ, ਵਿਸਾਖ 'ਚ ਬੇਲ ਦਾ ਫਲ, ਜੇਠ 'ਚ ਸੌਣਾ, ਹਾੜ 'ਚ ਖੇਲ, ਸਾਵਣ ਹਰੜ, ਭਾਦਰੋਂ ਤਿੱਤ, ਇਹ ਵੀ ਇੱਕ ਫਲ ਦਾ ਨਾਮ ਹੈ, ਅੱਸੂ ਗੁੜ ਖਾਵੀਂ ਤੂੰ ਨਿੱਤ, ਅੱਸੂ 'ਚ ਗੁੜ ਖਾਣਾ ਚੰਗਾ, ਕੱਤਕ ਮੂਲੀ ਮੱਘਰ ਤੇਲ, ਕੱਤਕ ਦੇ ਵਿੱਚ ਮੂਲੀ, ਮੱਘਰ 'ਚ ਵੱਧ ਤੋਂ ਵੱਧ ਤੇਲ, ਪੋਹ ਵਿੱਚ ਦੁੱਧ ਸਿਓ ਰੱਖੀ ਮੇਲ, ਪੋਹ ਵਿੱਚ ਦੁੱਧ ਸਿਓ ਰੱਖੀ ਮੇਲ, ਮਾਘ 'ਚ ਘਿਓ ਤੇ ਖਿਚੜੀ ਖਾਵੇਂ, ਫੱਗਣ ਉੱਠ ਸਵੇਰੇ ਨਹਾਵੇਂ, ਇਹ 12 ਜੋ ਸੇਵਨ ਕਰੇ, ਦੁੱਖ ਰੋਗ ਸਭ ਤਨ ਤੇ ਹਰੇ। ਉਹ ਪੂਰੀ ਦੀ ਪੂਰੇ 12 ਮਹੀਨੇ ਦਾ ਸਾਨੂੰ ਟਾਈਮ ਟੇਬਲ ਦਿੱਤਾ ਉਹਨਾਂ ਨੇ, ਕਿਹੜਾ ਫਲ ਕਿਹੜੇ ਮਹੀਨੇ ਚੰਗਾ ਹੈ, ਕਿਹੜੇ ਮਹੀਨੇ ਸਾਨੂੰ ਖੇਡਣਾ ਚਾਹੀਦਾ ਹੈ, ਕਿਹੜੇ ਮਹੀਨੇ ਸਾਨੂੰ ਸੌਣਾ ਚਾਹੀਦਾ ਜ਼ਿਆਦਾ ਸਮਾਂ। ਸੋ ਕੁਝ ਇਹ ਉਦਾਹਰਨਾਂ ਸੀਗੀਆਂ ਜਿਨ੍ਹਾਂ ਨੂੰ ਮੈਂ ਤੁਹਾਡੇ ਸਾਹਮਣੇ ਰੱਖਿਆ। ਗੱਲ ਬੜੀ ਵਿਸਥਾਰ 'ਚ ਹੋ ਸਕਦੀ ਸੀ, ਲੇਕਿਨ ਸਮੇਂ ਦੀ ਬੜੀ ਮਜਬੂਰੀ ਹੈ। ਸੋ ਅੰਤ ਨੂੰ ਮੈਂ ਹਾਂ, ਕਵਿਤਾ 5 ਮਿੰਟ ਦੀ ਹੈ, ਮੈਂ ਤਾਂ ਹੀ ਇਹਨੂੰ ਸਮੇਟ ਰਿਹਾ ਸੀਗਾ। ਹਾਂ, ਸੋ ਪਿਆਰੇ ਵਿਦਿਆਰਥੀਓ ਅਤੇ ਅਦਬਯੋਗ ਹਾਜ਼ਰੀਨ, ਮੇਰਾ ਅੰਤਮ ਤੌਰ 'ਤੇ ਮੈਂ ਇਹਨੂੰ ਜੇ ਸੂਤਰਬੱਧ ਕਰਨਾ ਚਾਹਾਂ ਸਾਰੀ ਗੱਲ ਨੂੰ, ਤਾਂ ਉਹੀ ਹੈ ਕਿ ਸਾਡੇ ਕੋਲੇ ਉਹ ਚੇਤਨਾ ਆ ਜੇ ਜਿਹਦੇ ਨਾਲ, ਜਿਹਨੂੰ ਅਸੀਂ ਕਹਿੰਦੇ ਨਾ ਸਾਡੇ ਅਧਿਆਤਮ ਵਿੱਚ ਤੀਸਰੀ ਅੱਖ ਕਹਿੰਦੇ ਨੇ। ਤੀਸਰੀ ਅੱਖ ਕਦੇ ਹੁੰਦੀ ਨਹੀਂ ਗੀ ਕਿਤੇ। ਤੀਸਰੀ ਅੱਖ ਕੀ ਹੈ ਕਿ ਜਿਹੜੀ ਸਾਨੂੰ ਵਾਚ ਕਰੇ ਕਿ ਅਸੀਂ ਸੁੱਤੇ ਜੀਵਨ ਤਾਂ ਨਹੀਂ ਗੁਜ਼ਾਰ ਰਹੇ, ਕਿਤੇ ਇਹ ਤਾਂ ਨਹੀਂ ਕਿਤੇ ਕਿ ਜਿਹੜਾ ਸਾਨੂੰ ਮਰਜ਼ੀ ਆਪਣੇ ਅਨੁਸਾਰ ਵਰਤ ਜਾਵੇ। ਕਿਸੇ ਨੇ ਨਾਅਰਾ ਲਾਤਾ, ਪਹਿਲਾਂ ਧਰਤੀ ਮਾਂ ਸਾਡੀ, ਧਰਤੀ ਮਾਂ ਜੀ, ਫਿਰ ਜੇ ਉਹਦੇ ਟੁਕੜੇ ਕਰਨੇ ਹੋਣ ਉਸ ਤਰ੍ਹਾਂ ਇੱਕੋ ਧਰਤੀ ਦੇ, ਤਾਂ ਫਿਰ ਕਹਿਣਗੇ ਨਹੀਂ ਇਹ ਟੁਕੜਾ ਧਰਤੀ ਮਾਂ, ਤੁਸੀਂ ਲੜੋ, ਦੂਜਾ ਟੁਕੜਾ ਸਭ ਤੋਂ ਕਿਉਂ ਖੋਹ ਲਿਆ ਦੁਸ਼ਮਣ ਨੇ। ਉਸ ਵੇਲੇ ਮਾਂ ਕਿੱਧਰ ਚਲੀ ਜਾਂਦੀ ਆ, ਚਾਹੇ ਸਟੇਟਾਂ ਦਾ ਝਗੜਾ ਹੋਵੇ, ਚਾਹੇ ਰਾਜਾਂ ਦਾ ਝਗੜਾ ਹੋਵੇ। ਜੇ ਇੱਕ ਪਾਸੇ ਰਾਜਨੀਤੀ ਦਾ ਸਾਡੇ 'ਤੇ ਕੋਈ ਵੀ ਸਾਨੂੰ ਫੋਕੇ ਨਾਅਰੇ ਲਾ ਕੇ ਕਿਤੇ ਵੀ ਪਹੁੰਚਾ ਦਿੰਦਾ ਹੈਗਾ, ਕਿਤੇ ਵੀ ਸਾਡੀ ਚੇਤਨਾ ਨੂੰ ਖਿੱਚ ਕੇ ਲੈ ਜਾਂਦਾ ਹੈਗਾ। ਦੂਜੇ ਪਾਸੇ ਵੱਡਾ ਹਮਲਾ ਸਾਡੇ 'ਤੇ ਧਰਮ ਦੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਧਰਮ ਦਾ ਊੜਾ ਆੜਾ ਵੀ ਨਹੀਂ ਪੜ੍ਹਿਆ ਹੁੰਦਾ, ਲੇਕਿਨ ਧਰਮ ਦੇ ਨਾਂ 'ਤੇ ਪੂਰੀ ਦੀਆਂ ਪੂਰੇ ਸਲਤਨਤਾਂ ਖੜੀਆਂ ਕਰਦੇ ਨੇ। ਮੈਂ ਇੱਕ ਨਿੱਕੀ ਜਿਹੀ ਮਿਸਾਲ ਦਿੰਦਾ। ਮੇਰੇ ਕੋਲ MA ਕਲਾਸ ਦੀਆਂ ਕੁਝ ਵਿਦਿਆਰਥਣਾਂ ਸੀਗੀਆਂ, ਉਹਨਾਂ ਨੂੰ ਮੈਂ ਗਰੀਬ ਘਰ ਦੀਆਂ ਵਿਦਿਆਰਥਣਾਂ ਸੀਗੀਆਂ, ਉਹਨਾਂ ਨੂੰ ਮੈਂ ਕੁਝ ਕਿਤਾਬਾਂ ਦਿੱਤੀਆਂ ਪੜ੍ਹਨ ਲਈ। ਗੁਰਮਤਿ ਕਾਲ ਦਾ ਪੇਪਰ ਹੁੰਦਾ ਹੈ MA ਦੇ ਵਿੱਚ। ਜਪਜੀ ਸਾਹਿਬ ਸੀ, ਸੁਖਮਨੀ ਸਾਹਿਬ ਸੀ, ਆਸਾ ਦੀ ਵਾਰ ਸੀ। ਮੈਂ ਉਹਨਾਂ ਨੂੰ ਸ਼ਰਤ ਲਾਤੀ 7 ਦਿਨ ਦੇ ਵਿੱਚ ਤੁਸੀਂ ਪੜ੍ਹ ਕੇ ਆਉਣਾ, ਮੇਰੇ ਕੋਲ ਹਫ਼ਤੇ ਦੇ ਵਿੱਚ ਪੜ੍ਹ ਕੇ ਆਉਣਾ। ਲੇਕਿਨ ਉਹ ਪੜ੍ਹ ਨਹੀਂ ਸਕੀਆਂ। ਮੈਂ ਕਾਰਨ ਪੁੱਛਿਆ, ਕਾਰਨ ਟਾਲ ਰਹੀਆਂ ਸੀਗੀਆਂ। ਕਾਰਨ ਵਾਰ-ਵਾਰ ਜ਼ੋਰ ਦੇਣ 'ਤੇ ਇਹ ਦੱਸਿਆ ਕਿ ਦੀਵਾਨ ਚੱਲਦੇ ਸੀਗੇ, ਲਾਗਲੇ ਸ਼ਹਿਰ ਵਿੱਚ ਦੀਵਾਨ ਚੱਲਦੇ ਸੀਗੇ, ਅਤੇ ਅਸੀਂ ਆਪਣੇ ਟਰੈਕਟਰ ਟਰਾਲੀ ਅਤੇ ਲੰਗਰ ਦਾ ਪ੍ਰਬੰਧ ਸਾਡੇ ਘਰ 'ਚ ਸੀਗਾ, ਸਾਰੇ ਪਿੰਡ ਦਾ। ਮੈਨੂੰ ਇੱਕ ਨਿੱਕਾ ਜਿਹਾ ਸਵਾਲ ਪੁੱਛਿਆ, ਮੈਂ ਕਿਹਾ ਵੀ ਉਹਨਾਂ ਦਾ ਉਪਦੇਸ਼ ਕੀ ਸੀਗਾ, ਜਿੱਥੇ ਦੀਵਾਨਾਂ 'ਤੇ ਜਾ ਰਹੇ ਸੀ ਉਪਦੇਸ਼ ਕੀ ਸੀ ਉਹਨਾਂ ਦਾ? ਉਹ ਕਹਿੰਦੇ ਗੁਰੂ ਨਾਨਕ ਦਾ ਉਪਦੇਸ਼ ਸੀਗਾ। ਗੁਰੂ ਨਾਨਕ ਦਾ ਉਪਦੇਸ਼? ਮੈਂ ਕਿਹਾ ਤੁਹਾਨੂੰ ਪਤਾ ਹੈ ਕੀ ਹੈ? ਬਿਲਕੁਲ ਸਿੰਪਲ ਗੱਲ ਵਿੱਚ ਜਿਹੜੀ ਤੁਸੀਂ ਹਰ ਕੰਧ 'ਤੇ ਲਿਖੀ ਪੜ੍ਹਦੇ ਹੋ, ਕਿਰਤ ਕਰੋ, ਨਾਮ ਜਪੋ, ਵੰਡ ਛਕੋ। ਮੈਂ ਕਿਹਾ ਹੋਰ ਤੁਸੀਂ ਨਹੀਂ ਪੜ੍ਹਨਾ ਨਾ ਪੜ੍ਹੋ, ਇਹ ਤਾਂ ਸਿੰਪਲ ਬਹੁਤ ਸਧਾਰਨ ਗੱਲ ਹੈ ਜਿਹੜੀ ਕਿਸੇ ਨੂੰ ਵੀ ਪੜ੍ਹਾਈ ਜਾ ਸਕਦੀ ਹੈ। ਮੈਂ ਕਿਹਾ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਤੁਸੀਂ, ਮੈਂ ਤੁਹਾਨੂੰ ਰੋਕਦਾ ਨਹੀਂ ਗਾ, ਜਾਓ ਉੱਥੇ, ਕਿ ਉਹ ਬਾਬਾ ਕਿਰਤ ਕਰਦਾ ਜਿਹਦੀ ਤੁਸੀਂ ਗੱਲ ਸੁਣਦੇ ਹੋ,
ਕਿ ਉਹ ਕਿਰਤ ਕਰਦਾ, ਪਹਿਲਾ ਸਿਧਾਂਤ ਗੁਰੂ ਨਾਨਕ ਦਾ। ਦੂਜੀ ਗੱਲ, ਜੇ ਕਿਰਤ ਹੀ ਨਹੀਂ ਕਰਦਾ ਫਿਰ ਮੰਡਣੀ ਤਾਂ ਦੂਰ ਦੀ ਗੱਲ ਹੈਗੀ ਹੈ ਜੀ। ਕਿਰਤ ਕੌਣ ਕਰਦਾ? ਮੈਂ ਕਿਹਾ ਕਿਰਤ ਤੁਹਾਡਾ ਬਾਪ ਕਰਦਾ, ਕਿਰਤ ਤੁਹਾਡਾ ਪਿਤਾ ਕਰਦਾ, ਮਿੱਟੀ ਨਾਲ ਮਿੱਟੀ ਹੁੰਦਾ ਜਿਹੜਾ, ਔਰ ਕਿਰਤ ਨੂੰ ਉਹਦੇ ਸਾਹਮਣੇ ਜਾ ਕੇ ਢੇਰੀ ਕਰ ਦਿੰਦਾ, ਉਹਦੇ ਕਦਮਾਂ 'ਚ ਜਾ ਕੇ ਢੇਰੀ ਕਰ ਦਿੰਦਾ, ਆਪਣੇ ਘਰ ਦਾ ਦੁੱਧ ਜਿਹੜੀ ਕਿਰਤ ਕੀਤੀ ਉਹਨੂੰ ਪਿਆ ਦਿੰਦਾ ਹੈਗਾ। ਫਿਰ ਤੁਸੀਂ ਕਹਿੰਦੇ ਹੋ ਬਾਬੇ ਤੇ ਨੂਰ ਹੈਗਾ, ਨੂਰ ਤਾਂ ਚੜ੍ਹਨਾ ਹੀ ਹੈ ਜਦੋਂ ਘਰ ਦਾ ਦੁੱਧ ਉਹਨੂੰ ਪਿਆ ਤਾ ਤੁਸੀਂ, ਹੈ ਨਾ। ਸੋ ਉਹਦਾ ਇੰਨਾ ਅਸਰ ਹੋਇਆ ਉਸ ਗੱਲ ਦਾ, ਮੈਂ ਹੈਰਾਨ ਇਸ ਗੱਲ ਦਾ ਕਿ ਨਿੱਕੀ ਜਿਹੀ ਗੱਲ ਸਿਰਫ ਉਹਨੂੰ ਲੋੜ ਹੁੰਦੀ ਆ ਬੰਦੇ ਨੂੰ ਹਿਲਾਉਣ ਦੀ, ਥੋੜ੍ਹੀ ਜਿਹੀ ਇੱਕ ਲੈਵਲ ਦੇ ਉੱਤੇ ਆ ਕੇ, ਕਿ ਉਹਨੂੰ ਸ਼ਬਦ ਵੀ ਦੱਸਿਆ। ਮੈਂ ਕਿਹਾ ਗੁਰੂ ਸਾਹਿਬ ਨੇ ਨਾ ਗੁਰੂ ਦੀ ਪਛਾਣ ਵੀ ਦੱਸੀ ਆ ਵੀ ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ, ਗੁਰ ਪੀਰ ਸਦਾਏ ਮੰਗਣ ਜਾਏ, ਤਾਂ ਕਿ ਮੂਲ ਨਾ ਲਾਗੇ ਪਾਏ। ਜਿਹੜਾ ਘਾਲ ਹੀ ਨਹੀਂ ਕਰਦਾ ਗਾ, ਕਿਰਤ ਹੀ ਨਹੀਂ ਕਰਦਾ ਗਾ, ਉਹ ਗੁਰੂ ਨਹੀਂ ਗਾ, ਉਹਦੇ ਕਦੇ ਪੈਰੀਂ ਹੱਥ ਨਾਲ ਲਾਓ। ਸੋ ਉਹਦਾ ਅਸਰ ਕੀ ਹੋਇਆ ਕਿ ਮੈਂ ਕਿਤੇ 1.5-2 ਮਹੀਨੇ ਬਾਅਦ ਉਹਨਾਂ ਘਰੇ ਫੰਕਸ਼ਨ ਸੀਗਾ ਕੋਈ, ਤਾਂ ਉੱਥੇ ਜਦੋਂ ਗਏ ਤਾਂ ਉਹਨਾਂ ਦਾ ਚਾਚਾ, ਉਹਦਾ ਹੱਥ ਬੰਨ੍ਹ ਕੇ ਖੜੇ ਨੇ, ਉਹ ਕਹਿੰਦੇ ਨੇ ਸਾਡਾ ਤਾਂ ਜੀਵਨ ਹੀ ਬਦਲ ਗਿਆ, ਕਿ ਜਿਹੜੀਆਂ ਗੱਲਾਂ ਦਾ ਸਾਨੂੰ ਕਦੇ ਪਤਾ ਨਹੀਂ ਲੱਗਣਾ ਸੀ ਇਹਨਾਂ ਨੇ ਸਾਨੂੰ ਪੜ੍ਹ ਕੇ ਸੁਣਾਈਆਂ, ਜਪਜੀ ਸਾਹਿਬ ਸਾਰਾ, ਸੁਖਮਨੀ ਸਾਹਿਬ, ਤੇ ਪਲੱਸ ਉਹਨਾਂ ਟੀਕੇ ਪੜ੍ਹ ਕੇ ਸੁਣਾਏ, ਕੁਝ ਸਾਖੀਆਂ ਪੜ੍ਹ ਕੇ ਸੁਣਾਈਆਂ, ਤੇ ਸਾਡਾ ਤਾਂ ਘਰੇ ਕੀਰਤਨ ਹੋਣ ਲੱਗ ਗਿਆ, ਸਾਡੇ ਘਰੇ ਹੀ ਦੀਵਾਨ ਸਜਣੇ ਸ਼ੁਰੂ ਹੋ ਗਏ। ਅਸੀਂ ਤਾਂ ਫਜ਼ੂਲ ਹੀ ਇੰਨੀਆਂ ਮਿਹਨਤਾਂ ਕਰੀ ਜਾਂਦੇ, ਸਾਰੀ ਸਾਰੀ ਰਾਤ ਜਾਗਣਾ, ਉੱਥੇ ਦੇਖਣਾ, ਸ਼ੈਨੇ ਢੋਲਕੀਆਂ ਖੜਕਣੀਆਂ। ਸੋ ਗੱਲ ਤਾਂ ਇਹ ਹੈ ਕਿ ਜੇ ਤੁਹਾਨੂੰ ਉਸ ਚੇਤਨਾ ਦਾ ਪਤਾ ਹੈ ਤਾਂ ਤੁਸੀਂ ਉਹਨਾਂ ਨੂੰ ਜਵਾਬਦੇਹ ਬਣਾਉਣਾ ਤੁਹਾਡਾ ਫਰਜ਼ ਹੈ। ਖਾਸ ਤੌਰ 'ਤੇ ਵਿਦਿਆਰਥੀਆਂ ਦਾ ਫਰਜ਼ ਹੈ ਕਿ ਜਿਹੜਾ ਨੇਤਾ ਸਾਨੂੰ ਲੜਾ ਰਿਹਾ ਹੈਗਾ, ਜਿਹੜਾ ਸਾਨੂੰ ਧਰਮ ਗੁਰੂ ਲੜਾ ਰਿਹਾ ਹੈਗਾ, ਜਾਂ ਕੋਈ ਸਮਾਜ ਸੇਵਾ ਦੇ ਨਾਂ ਹੇਠ ਗੱਲ ਕਰ ਰਿਹਾ ਹੈਗਾ। ਇੱਕ ਨਿੱਕੀ ਜਿਹੀ ਮੈਂ ਹੋਰ ਉਦਾਹਰਨ ਦਿੰਦਾ ਹੈਗਾ। ਸਾਡੇ ਮੈਂ ਕਾਲਜ ਵਿੱਚ, ਉਸ ਪੁਰਾਣੀ ਗੱਲ ਆ ਥੋੜ੍ਹੀ ਜਿਹੀ, ਇੱਕ ਸੇਵਾਦਾਰ ਆਇਆ ਕੋਈ, ਕਹਿੰਦਾ ਜੀ ਅਸੀਂ ਲੜਕੀਆਂ ਦੇ ਵਿਆਹ ਕਰਨੇ ਹੁੰਦੇ ਆ ਅਤੇ ਕੁਝ ਪੈਸੇ ਵਿਦਿਆਰਥੀਆਂ ਤੋਂ ਇਕੱਠੇ ਕਰਕੇ ਦਿਓ, ਸਾਨੂੰ ਅਨਾਊਂਸ ਕਰੋ। ਅਸੀਂ ਬਿਠਾ ਲਿਆ, ਸਾਰੇ ਵਿਦਿਆਰਥੀ ਇਕੱਠੇ ਕਰ ਲਏ। ਮੈਂ ਕਿਹਾ ਵੀ ਇਹ ਸਾਡੇ ਕੋਲ ਪੈਸੇ ਮੰਗਣ ਆਏ ਨੇ ਵਿਆਹ ਕਰਨ ਵਾਸਤੇ। ਕਿਹਦੇ ਵਿਆਹ ਕਰਨੇ ਨੇ? ਗਰੀਬ ਲੜਕੀਆਂ ਦੇ ਵਿਆਹ ਹੇਠ ਇਹਨਾਂ ਨੇ ਪੈਸੇ ਇਕੱਠੇ ਕਰਨੇ ਨੇ, ਔਰ ਇਹ ਸਨਮਾਨ ਲਾਏ ਹਟੇ ਨੇ ਇਸ ਕੰਮ ਦੇ ਵਿੱਚ। ਕਾਫੀ ਕਈ ਜੋੜ ਤੋੜ ਕਰ ਚੁੱਕੇ ਨੇ ਰਾਜਨੀਤਿਕਾਂ ਦੇ ਨਾਲ ਵੀ ਅਸੀਂ ਸੇਵਾ ਕਰਦੇ ਹਾਂ, ਲੇਕਿਨ ਸਮਾਜ ਨੂੰ ਕੀ ਦੇ ਰਹੇ ਨੇ? ਜਿਹੜਾ ਵਿਅਕਤੀ, ਜਿਹੜਾ ਲੜਕਾ 25 ਸਾਲ ਤੱਕ ਹੋ ਕੇ 5000 ਆਪਣੇ ਜੋਗਾ ਇਕੱਠਾ ਨਹੀਂ ਕਰ ਸਕਿਆ, ਉਹਦਾ ਇਹ ਭਲਾ ਕਰਨ ਲੱਗੇ ਨੇ, ਔਰ ਉਹ ਭਲਾ ਕਰਨ ਦੇ ਯੋਗ ਹੈ? ਵਿਦਿਆਰਥੀ ਕਹਿੰਦੇ ਨਹੀਂ ਜੀ। ਜਿਹੜਾ 25 ਸਾਲਾਂ ਵਿੱਚ ਆਪਣੇ ਜੋਗਾ 5000 ਰੁਪਇਆ ਨਹੀਂ ਇਕੱਠਾ ਕਰ ਸਕਿਆ, ਉਹ ਭਲਾ ਕਰਨ ਯੋਗ ਹੈ? ਵਿਦਿਆਰਥੀ ਕਹਿੰਦੇ ਨਹੀਂ ਜੀ। ਉਹਨਾਂ ਨੂੰ ਪੈਸੇ ਦੇਣੇ ਚਾਹੀਦੇ? ਵਿਦਿਆਰਥੀ ਕਹਿੰਦੇ ਨਹੀਂ ਦੇਣੇ ਚਾਹੀਦੇ ਜੀ। ਉਹ ਵਿਚਾਰਾ ਮੂੰਹ ਲਪੇਟ ਕੇ ਤੁਰ ਗਿਆ। ਕਿ ਗੱਲ ਅਸੀਂ ਪੈਦਾ ਕੀ ਕਰ ਰਹੇ ਹਾਂ? ਅਸੀਂ ਸਮਾਜ ਨੂੰ ਦੇ ਕੀ ਰਹੇ ਹੈਗੇ ਹਾਂ? ਜਿਹੜੇ ਫਰੈਡਰਿਕ ਨੀਤਸ਼ੇ ਦੀ ਗੱਲ ਇਹ ਕਰ ਰਹੇ ਸੀ ਨਾ ਚਮਕੌਰ ਸਿੰਘ ਜੀ, ਉਹ ਇਹੀ ਕਹਿੰਦਾ ਹੈ ਕਿ ਸਾਨੂੰ ਜਿਹੜੀ ਜਾਤੀ ਪੈਦਾ ਕਰਨੀ ਹੈ, ਕਿ ਅਸੀਂ ਧਰਤੀ 'ਤੇ ਭਾਰਤ ਨਹੀਂ ਬਣਾ ਰਹੇਗੇ। ਅਸੀਂ ਉਹਨਾਂ ਜੋੜਿਆਂ ਨੂੰ ਇਜਾਜ਼ਤ ਦੇਈ ਜਾਂਦੇ ਹੈਗੇ ਹਾਂ, ਉਹਨਾਂ ਬਿਮਾਰੀ ਵਾਲੇ ਲੋਕ ਜਿਨ੍ਹਾਂ ਕੋਲੇ ਨਾ ਕਰਮ ਹੈਗਾ, ਨਾ ਸੋਚ ਹੈ, ਨਾ ਚਿੰਤਨ ਹੈ, ਤੁਸੀਂ ਉਹਨਾਂ ਨੂੰ ਖੁੱਲ੍ਹ ਦੇਈ ਜਾਂਦੇ ਹੋ। ਔਰ ਉਹਨਾਂ ਨੂੰ ਉਹਨਾਂ ਦੇ ਘਰ ਬਣਾਉਣ ਵਾਸਤੇ ਉਹਨਾਂ ਦੇ ਬੱਚੇ ਵੀ ਭਿਖਾਰੀ ਬਣਨਗੇ, ਉਹਨਾਂ ਬੱਚਿਆਂ ਦੇ ਬੱਚੇ ਵੀ ਗਾਂ ਭਿਖਾਰੀ ਬਣਨਗੇ, ਲੁੱਟਮਾਰ ਕਰਨਗੇ। ਸੋ ਕਿਹੜਾ ਉਪਕਾਰ ਹੈਗਾ ਇਹ? ਸੋ ਸਾਨੂੰ ਸੋਚਣ ਦੀ ਲੋੜ ਹੈਗੀ ਹੈ ਵਿਦਿਆਰਥੀਆਂ ਨੂੰ। ਅਸੀਂ ਸਮਝ ਲੈਂਦੇ ਹਾਂ ਕਿ ਬਹੁਤ ਵੱਡਾ ਉਪਕਾਰ ਕਰ ਲਿਆ ਕਿਸੇ ਨੇ, ਉਹਨਾਂ ਦੇ ਪਿੱਛੇ ਕੀ ਪਿਆ ਹੈਗਾ, ਪਰਦੇ ਦੇ ਪਿੱਛੇ ਕੀ ਪਿਆ ਹੈਗਾ। ਸਾਨੂੰ ਇਹਨਾਂ ਘਟਨਾਵਾਂ ਨੂੰ ਜਾਂਚਣ ਦੀ ਲੋੜ ਹੈ ਕਿ ਅਸੀਂ ਸਾਡੀ ਚੇਤਨਾ ਨੂੰ ਗੁੰਮਰਾਹ ਨਾ ਕਰਿਆ ਜਾਵੇ, ਅਸੀਂ ਜਾਗੀਏ, ਉਹਨਾਂ ਸਾਹਮਣੇ ਸਵਾਲ ਰੱਖੀਏ। ਇਹ ਨੌਜਵਾਨ ਦਾ ਫਰਜ਼ ਹੈ, ਇਹੀ ਸਾਡੀ ਸਟੱਡੀ ਦਾ ਫਰਜ਼ ਹੈ, ਇਹੀ ਸਾਡੀ ਸਿੱਖਿਆ ਹੈ। ਜੇ ਅਸੀਂ ਮੰਨ ਲਈਏ ਤਾਂ ਸਿੱਖਿਆ ਇਕੱਲੀ ਪੇਪਰਾਂ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ, ਸਿੱਖਿਆ ਇਕੱਲੀ ਯਾਦ ਕਰਨ ਤੱਕ ਸੀਮਿਤ ਨਹੀਂ ਰਹਿਣੀ ਚਾਹੀਦੀ, ਸਿੱਖਿਆ ਸਾਡੀ ਚੇਤਨਾ ਜਗਾਵੇ, ਇਹ ਜ਼ਰੂਰੀ ਹੈ। ਸੋ ਅੰਤ ਵਿੱਚ ਬਾਬਾ ਬੁੱਲੇ ਸ਼ਾਹ ਦੀਆਂ 4 ਸਤਰਾਂ ਦੇ ਕੇ ਇਹਨੂੰ ਵਿਰਾਮ ਦਿੰਦਾ ਗੱਲ ਨੂੰ। ਬਾਬਾ ਬੁੱਲੇ ਸ਼ਾਹ ਦੀ ਬੜੀ ਕਮਾਲ ਦੀਆਂ ਲਾਈਨਾਂ ਨੇ ਜਿਹੜੀਆਂ ਸ਼ਾਇਦ ਤੁਹਾਨੂੰ ਕਿਤੇ ਨਾ ਮਿਲਣ, ਮੇਰੇ ਰਾਹੀਂ ਉਹ ਮੌਖਿਕ ਰੂਪ 'ਚ ਆਈਆਂ ਨੇ ਮੇਰੇ ਕੋਲ। ਕਹਿੰਦੇ ਕਿਹੜੀ ਭੁੱਲ ਭੁਲਾਇਆ ਤੈਨੂੰ, ਜ਼ਰਾ ਖੋਲ ਅੱਖੀਂ ਤੂੰ ਕੋ ਹੈ, ਤੂੰ ਕੌਣ ਹੈ? ਕਿਹੜੀ ਭੁੱਲ ਭੁਲਾਇਆ ਤੈਨੂੰ, ਜ਼ਰਾ ਖੋਲ ਅੱਖੀਂ ਤੂੰ ਕੋ ਹੈ, ਗੈਰੀਅਤ ਨੂੰ ਕੱਢ ਵਜੂਦੋਂ, ਤੈਨੂੰ ਪਤਾ ਲੱਗੇ ਤੂੰ ਜੋ ਹੈ। ਇੱਕੋ ਪੜ੍ਹਿਆ ਇੱਕੋ ਡਿੱਠਾ, ਕੌਣ ਕਹੇ ਤੂੰ ਦੋ ਹੈ। ਹਸਤੀ ਛੱਡ ਕੇ ਵੇਖ ਬੁੱਲੇ ਸ਼ਾਹ, ਜਿਹਦਾ ਨਾਮ ਜਪੇ ਤੂੰ ਉਹ ਹੈ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਬਹੁਤ ਬਹੁਤ ਧੰਨਵਾਦ ਡਾਕਟਰ ਦਵਿੰਦਰ ਸਾਹਿਬ ਜੀ। ਇਹਨਾਂ ਬਾਰੇ ਗੱਲ ਬਾਅਦ 'ਚ ਕਰਾਂਗੇ, ਪਹਿਲਾਂ ਇਹਨਾਂ ਨੂੰ ਕਵਿਤਾ ਸੁਣਨੀ ਹੈ। ਅੱਛਾ, ਇੱਕ ਨਿੱਕੀ ਜਿਹੀ ਕਵਿਤਾ ਪਹਿਲਾਂ ਮੈਂ 4 ਲਾਈਨਾਂ 'ਤੇ ਸੁਣਾ ਦਿਆਂ, ਉਸ ਤੋਂ ਬਾਅਦ
ਸੰਧੀ ਸੁਝਾਅ ਕਵਿਤਾ ਦਾ ਨਾਮ ਹੈ, ਜਿਹਨੂੰ ਕਹਿੰਦੇ ਸਮਝੌਤੇ ਲਈ ਸੁਝਾਅ। ਕਿ ਮੰਡੀ ਦਾ ਯੁੱਗ ਹੈ, ਮੰਡੀ ਕਿਵੇਂ ਆਪਣੇ ਵੱਲ ਖਰੀਦ ਲੈਂਦੀ ਹੈ ਉਹਨਾਂ ਚੇਤਨਾਵਾਨ ਪੁਰਸ਼ਾਂ ਨੂੰ ਵੀ। ਕ੍ਰਿਸ਼ਨ ਪਾਨ, ਗਣੇਸ਼ ਬੀੜੀ, ਜਿਹੜੇ ਪਾਨ ਨਹੀਂ ਖਾਂਦੇ ਸੀ ਉਹਨਾਂ ਦੇ ਨਾਂ ਤੇ ਕ੍ਰਿਸ਼ਨ ਪਾਨ। ਗਣੇਸ਼ ਬੀੜੀ ਦੇਖੀ ਆ ਬਾਜ਼ਾਰ 'ਚ ਮਿਲਦੀ ਹੈ। ਸੁਦਰਸ਼ਨ ਗੁਟਕਾ, ਹਨੂਮਾਨ ਮੈਟਰਨਿਟੀ ਹਸਪਤਾਲ, ਇਹ ਬਣ ਸਕਦਾ, ਬਣਿਆ ਨਹੀਂ ਅਜੇ। ਜਿਨ੍ਹਾਂ ਨੇ ਖੁਦ ਵਿਆਹ ਨਹੀਂ ਕਰਾਇਆ ਸੀ ਉਹਨਾਂ ਦੇ ਨਾਂ ਤੇ ਬਣ ਸਕਦਾ ਹੈ ਹਨੂਮਾਨ ਮੈਟਰਨਿਟੀ ਹਸਪਤਾਲ। ਬਾਬਾ ਫਰੀਦ ਗਨ ਹਾਊਸ, ਜੋ ਕਹਿੰਦੇ ਜੋ ਤੈਂ ਮਾਰਨ ਮੁੱਕੀਆਂ ਤਿੰਨਾਂ ਨਾ ਮਾਰੇ ਘੁੰਮ, ਫਰੀਦਕੋਟ ਹੈ ਸਾਡੇ ਬਾਬਾ ਫਰੀਦ ਗਨ ਹਾਊਸ। ਓਕੇ। ਗੁਰੂ ਨਾਨਕ ਗੁਡਸ ਕੈਰੀਅਰ, ਜਿਨ੍ਹਾਂ ਨੇ ਕੋਈ ਸਮਾਨ ਨਹੀਂ ਚੁੱਕਿਆ ਉਹਨਾਂ ਦੇ ਨਾਂ ਤੇ ਗੁਡਸ ਕੈਰੀਅਰ। ਸੋ ਕ੍ਰਿਸ਼ਨ ਪਾਨ, ਗਣੇਸ਼ ਬੀੜੀ, ਸੁਦਰਸ਼ਨ ਗੁਟਕਾ, ਹਨੂਮਾਨ ਮੈਟਰਨਿਟੀ ਹਸਪਤਾਲ, ਬਾਬਾ ਫਰੀਦ ਗਨ ਹਾਊਸ, ਗੁਰੂ ਨਾਨਕ ਗੁਡਸ ਕੈਰੀਅਰ ਦੇ ਮਾਲਕ ਅਵਤਾਰਾਂ, ਦੇਵਤਿਆਂ, ਗੁਰੂਆਂ, ਫਕੀਰਾਂ ਨੂੰ ਸੰਧੀ ਦੇ ਸੁਝਾਅ ਦੇਣ ਲੱਗੇ। ਦੇਖੋ ਸੰਧੀ ਕਰੋ, ਕਹਿੰਦੇ ਸਮਝੌਤਾ ਕਰੋ। ਕੀ ਕਹਿੰਦੇ ਨੇ? ਦੇਖੋ ਅਸੀਂ ਹਰ ਥਾਂ ਤੇ ਤੁਹਾਨੂੰ ਅੱਗੇ ਰੱਖਦੇ ਹਾਂ, ਦੇਖੋ ਅਸੀਂ ਹਰ ਥਾਂ ਤੇ ਤੁਹਾਨੂੰ ਅੱਗੇ ਰੱਖਦੇ ਹਾਂ, ਸਾਡੇ ਨਾਲ ਰਹੋ ਜੇ ਆਪਣਾ ਨਾਂ ਚੱਲਦਾ ਰੱਖਣਾ ਹੈ। ਸਾਡੇ ਨਾਲ ਰਹੋ ਜੇ ਆਪਣਾ ਨਾਂ ਚੱਲਦਾ ਰੱਖਣਾ ਹੈ। ਤੁਹਾਡਾ ਨਾਂ, ਸਾਡਾ ਵਪਾਰ ਨਾਲ ਨਾਲ ਚੱਲਣ, ਏਕੇ ਵਿੱਚ ਬਰਕਤ ਹੁੰਦੀ ਹੈ। ਇੱਕ ਉਹ ਸਤਸੰਗ ਕਰਦੇ ਆ ਜਿਹਦੇ ਬਾਰੇ ਆਪਾਂ ਗੱਲ ਵੀ ਕਰਕੇ ਹਟੇ ਹਾਂ। ਹੁਣ ਮੈਂ ਉਹੀ ਕਵਿਤਾ ਸੁਣਾਉਣੀ ਚਾਹਾਂਗਾ ਜਿਹਨੇ ਜ਼ਿਆਦਾ ਸਾਡੀ ਧਰਮ ਚੇਤਨਾ ਨੂੰ ਗੰਦਲਾਇਆ ਹੋਇਆ। ਉਹ ਸਤਸੰਗ ਕਰਨ ਵਾਲੇ ਗੁਰੂ ਨੂੰ ਲਲਕਾਰ ਹੈ ਇਸ ਕਵਿਤਾ 'ਚ। ਉਹ ਸਤਸੰਗ ਕਰਦਿਆ ਚਿੱਟ ਕੱਪੜੀਆ ਭਗਵੇਂ ਵੇਸੀਆ ਗੁਰੂਆ। ਉਹ ਸਤਸੰਗ ਕਰਦਿਆ ਚਿੱਟ ਕੱਪੜੀਆ ਭਗਵੇਂ ਵੇਸੀਆ ਗੁਰੂਆ। ਬੰਦੂਕਾਂ ਦੀ ਛਾਂ ਹੇਠ ਮਖਮਲੀ ਗੱਦਿਆਂ 'ਤੇ ਬੈਠ ਤੂੰ ਜਿਨ੍ਹਾਂ ਗ੍ਰੰਥਾਂ ਦੀ ਜੁਗਾਲੀ ਕਰਦਾ ਏ, ਉਹ ਲਾਲੋਆਂ ਖਾਤਰ ਭੁੱਖੇ ਤਿਹਾਏ ਹੱਥੀਂ ਹਲ ਵਾਹੁਣ ਵਾਲੇ ਬਾਬੇ, ਮਾਰੂ ਥਲਾਂ ਵਿੱਚ ਫਾਕੇ ਕੱਟਣ ਵਾਲੇ ਪੈਗੰਬਰ ਅਤੇ ਕਿੱਲ ਠੁੱਕੇ ਹੱਥਾਂ 'ਚ ਵਗਣ ਵਾਲੀ ਰੱਤ ਦੇ ਅੰਗਾਰਿਆਂ ਵਰਗੇ ਬੋਲ ਨੇ। ਇਹ ਬੋਲ ਤੇਰੇ ਵਧੇ ਹੋਏ ਪੇਟ ਦੇ ਹਜ਼ਮ ਕਿਉਂ ਨਹੀਂ ਆਉਂਦੇ? ਇਹ ਬੋਲ ਤੇਰੇ ਵਧੇ ਹੋਏ ਪੇਟ ਦੇ ਹਜ਼ਮ ਕਿਉਂ ਨਹੀਂ ਆਉਂਦੇ? ਇਹ ਏਸੀ ਕਾਰਾਂ, ਇਹ ਬਾਡੀਗਾਰਡ, VIP ਅਫਸਰਾਂ ਤੇ ਮੰਤਰੀਆਂ ਦੇ ਜ਼ਹਿਰੀਲੇ ਧਨ ਨਾਲ ਭਰੇ ਤੇਰੇ ਚੋਲਿਆਂ ਦੇ ਖੀਸੇ। ਇਹ ਏਸੀ ਕਾਰਾਂ, ਇਹ ਬਾਡੀਗਾਰਡ, VIP ਅਫਸਰਾਂ ਤੇ ਮੰਤਰੀਆਂ ਦੇ ਜ਼ਹਿਰੀਲੇ ਧਨ ਨਾਲ ਭਰੇ ਤੇਰੇ ਚੋਲਿਆਂ ਦੇ ਖੀਸੇ ਤੇਰੀ ਆਤਮਾ ਦੇ ਬਿਰਖ ਤੇ ਅਮਰਵੇਲ ਬਣ ਕੇ ਚੜੇ ਨੇ। ਤੇਰੇ ਖਾਲੀ ਟੋਇਆਂ ਵਰਗੇ ਚੇਲੇ, ਤੇਰੇ ਖਾਲੀ ਟੋਇਆਂ ਵਰਗੇ ਚੇਲੇ ਬੜੇ ਦਿਆਨਤਦਾਰ ਤੇ ਆਗਿਆਕਾਰ ਬਣ ਕੇ ਤੇਰਾ ਸਾਰਾ ਕੂੜਾ ਆਪਣੇ ਅੰਦਰ ਸਮੇਟ ਲੈਂਦੇ ਨੇ। ਤੇਰੀਆਂ ਢੋਲਕੀਆਂ ਵਰਗੀਆਂ ਚੇਲੀਆਂ ਬੜੀਆਂ ਭੋਲੀਆਂ ਭਾਲੀਆਂ ਤੇ ਸ਼ਰੀਫ ਨੇ, ਜੋ ਤੇਰੇ ਪੈਰਾਂ ਨਾਲ ਵੱਜਦੀਆਂ ਬੇਸੁਰੀਆਂ ਆਵਾਜ਼ਾਂ ਕੱਢਦੀਆਂ ਆਪਣੀਆਂ ਚੁੰਨੀਆਂ ਨਾਲ ਤੇਰੀ ਗਰਦ ਝਾੜਦੀਆਂ ਰਹਿੰਦੀਆਂ, ਆਪਣੀਆਂ ਚੁੰਨੀਆਂ ਨਾਲ ਤੇਰੀ ਗਰਦ ਝਾੜਦੀਆਂ ਰਹਿੰਦੀਆਂ। ਤੂੰ ਕਦੇ ਆਪਣੀ ਮਦਹੋਸ਼ੀ ਨੂੰ ਪਾਸੇ ਰੱਖ ਕੇ ਮਨੋਰੰਜਕ TV ਸਕਰੀਨਾਂ 'ਚੋਂ ਬਾਹਰ ਨਿਕਲ ਕੇ ਹਰਫਾਂ ਵਿੱਚ ਮਹਾਂਸੂਰਜ ਬੰਨ੍ਹੀ ਬੈਠੀ ਸੱਚ ਦੀ ਤਵਾਰੀਖ ਦਾ ਹੁਸਨ ਤਾਂ ਵੇਖ, ਸੱਚ ਦਾ ਇਤਿਹਾਸ ਕਿੱਡਾ ਵੱਡਾ। ਤੂੰ ਕਦੇ ਆਪਣੀ ਮਦਹੋਸ਼ੀ ਨੂੰ ਪਾਸੇ ਰੱਖ ਕੇ ਮਨੋਰੰਜਕ TV ਸਕਰੀਨਾਂ 'ਚੋਂ ਬਾਹਰ ਨਿਕਲ ਕੇ ਹਰਫਾਂ ਵਿੱਚ ਮਹਾਂਸੂਰਜ ਬੰਨ੍ਹੀ ਬੈਠੀ ਸੱਚ ਦੀ ਤਵਾਰੀਖ ਦਾ ਹੁਸਨ ਤਾਂ ਦੇਖ। ਜਿਨ੍ਹਾਂ ਮਹਿਲਾਂ ਵੱਲ ਤੂੰ ਸਾਰੀ ਉਮਰ ਦੌੜਦਾ ਏ, ਜਿਨ੍ਹਾਂ ਮਹਿਲਾਂ ਵੱਲ ਤੂੰ ਸਾਰੀ ਉਮਰ ਦੌੜਦਾ ਏ, ਉਹਨਾਂ ਨੂੰ ਛੱਡ ਕੇ ਜਾ ਰਹੇ ਗੌਤਮ ਦਾ ਮਨ ਤਾਂ ਵੇਖ। ਆਪਣੀ ਦੇਹ ਖਾਤਰ ਕੀਤੇ ਕਬਜ਼ਿਆਂ 'ਚੋਂ ਨਿਕਲ ਕੇ ਸਾਰੇ ਬੰਧਨ ਤੋੜ ਕੇ ਜਾ ਰਹੇ ਰਾਜੇ ਗੋਪੀ ਚੰਦ ਦਾ ਤਨ ਤਾਂ ਦੇਖ। ਰਾਜੇ ਗੋਪੀ ਚੰਦ ਬੜਾ ਸੋਹਣੇ ਤਨ ਦਾ ਮਾਲਕ ਸੀਗਾ, ਸ਼ਾਇਦ ਵਿਦਿਆਰਥੀ ਨੂੰ ਪਤਾ ਨਾ ਹੋਵੇ। ਤੇ ਉਹਨਾਂ ਦੀ ਮਾਤਾ ਨੇ ਇਹ ਉਪਦੇਸ਼ ਦਿੱਤਾ ਸੀਗਾ ਕਿ ਤੇਰਾ ਤਨ ਤੇਰੇ ਬਾਪ ਵਾਂਗ ਤੇਰੇ ਮਹਿਲਾਂ ਵਿੱਚ ਅਯਾਸ਼ੀ ਵਿੱਚ ਹੀ ਇਹ ਖਤਮ ਹੋ ਜਾਣਾ ਤੇ ਇਹਦੇ ਵਿੱਚੋਂ ਸੱਚ ਪ੍ਰਾਪਤ ਕਰਨਾ। ਸੋ ਇੱਕ ਉਹ ਸੀ ਜਿਹਨੇ ਤਨ ਨੂੰ ਪਾਸੇ ਰੱਖ ਕੇ ਸੱਚ ਦੀ ਖੋਜ ਕੀਤੀ। ਅੱਜ ਦਾ ਗੁਰੂ ਦੇਹ ਖਾਤਰ ਹੀ ਕਬਜ਼ੇ ਕਰਦਾ ਹੈਗਾ। ਨਿੱਤ ਬਦਲਦੇ ਹੁਕਮਰਾਨਾਂ ਨਾਲ ਆਪਣੇ ਮਿੱਟੀ ਦੇ ਢੇਲਿਆਂ ਦੀਆਂ ਵੋਟਾਂ ਦਾ ਵਪਾਰ ਕਰਨ ਤੋਂ ਪਹਿਲਾਂ, ਚੇਲੇ ਨਹੀਂ ਉਹਦੇ ਕੋਲੇ, ਮਿੱਟੀ ਦੇ ਢੇਲੇ ਇਕੱਠੇ ਹੋਏ ਨੇ। ਨਿੱਤ ਬਦਲਦੇ ਹੁਕਮਰਾਨਾਂ ਨਾਲ ਮਿੱਟੀ ਦੇ ਢੇਲਿਆਂ ਦੀਆਂ ਵੋਟਾਂ ਦਾ ਵਪਾਰ ਕਰਨ ਤੋਂ ਪਹਿਲਾਂ ਗੁਰੂ ਚੇਲੇ ਦੀ ਸਾਕਾਦਾਰੀ ਵੇਖਣ ਲਈ, ਅਧਿਆਤਮ ਦੇ ਗਗਨਾਂ ਦੀ ਉਡਾਰੀ ਦੇਖਣ ਲਈ ਅਸ਼ਟਾਵਕਰ ਦੇ ਗਿਆਨ ਦਰ ਤੇ ਚੱਲ ਕੇ ਆਏ ਰਾਜੇ ਜਨਕ ਦਾ ਸਲਾਮ ਤਾਂ ਵੇਖ। ਜੇ ਰਾਜਾ ਜਨਕ ਅਸ਼ਟਾਵਕਰ ਕੋਲ ਗਿਆ ਸੀ, ਅੱਜ ਦੇ ਗੁਰੂ
ਰਾਜਾ ਕੋਲ ਜਾਂਦੇ ਨੇ। ਸੋ ਅਸ਼ਟਾਵਕਰ ਦੇ ਗਿਆਨ ਦਰ ਤੇ ਚੱਲ ਕੇ ਆਏ ਰਾਜੇ ਜਨਕ ਦਾ ਸਲਾਮਤਾ ਦੇਖ, ਕਦੇ ਬਲ ਦੇ ਹੱਥਾਂ ਨਾਲ ਲਿਖਿਆ ਤਾਣੀ ਤਣ ਦੇ ਕਬੀਰ ਦਾ ਪੈਗਾਮ ਦੇਖ, ਕਿਤੇ ਸੂਲੀ ਤੋਂ ਉੱਚੇ ਮਨਸੂਰ ਦਾ ਮਕਾਮ ਦੇਖ, ਫਿਰ ਸ਼ਮਸ ਤੇ ਸਰਮਦ ਦਾ ਅੰਜਾਮ ਵੀ ਦੇਖ। ਚਮੜੀ ਵੀ ਲਹਾਉਣੀ ਪਊਗੀ। ਕਿਤੇ ਸੂਲੀ ਤੋਂ ਉੱਚੇ ਮਨਸੂਰ ਦਾ ਮਕਾਮ ਦੇਖ, ਕਿਤੇ ਸ਼ਮਸ ਤੇ ਸਰਮਦ ਦਾ ਅੰਜਾਮ ਦੇਖ, ਤੱਤੀ ਤਵੀ ਤੱਕ ਲੈ ਕੇ ਜਾਣ ਵਾਲੇ ਇਲਜ਼ਾਮ ਦੇਖ, ਫਿਰ ਕੈਦ ਕੀਤੇ ਸੱਚੇ ਪਾਤਸ਼ਾਹ ਦੀ ਸ਼ਾਨ ਦੇਖ, ਕਿਤੇ ਕਿਰਪਾ ਵੰਡ ਦੀ ਕਿਰਪਾਨ ਦੇਖ, ਕਿਤੇ ਨੀਹਾਂ ਚ ਚੀਨਿਆਂ ਦੀ ਆਣ ਦੇਖ, ਕਿਤੇ ਬੁੱਲੇ ਦੀ ਬਾਗੀ ਜ਼ੁਬਾਨ ਦੇਖ। ਤੱਤੀ ਤਵੀ ਤੱਕ ਲੈ ਕੇ ਜਾਣ ਵਾਲੇ ਇਲਜ਼ਾਮ ਦੇਖ, ਫਿਰ ਕੈਦ ਕੀਤੇ ਸੱਚੇ ਪਾਤਸ਼ਾਹ ਦੀ ਸ਼ਾਨ ਦੇਖ, ਕਿਤੇ ਕਿਰਪਾ ਵੰਡ ਦੀ ਕਿਰਪਾਨ ਦੇਖ, ਕਿਤੇ ਨੀਹਾਂ ਚ ਚੀਨਿਆਂ ਦੀ ਆਣ ਦੇਖ, ਫਿਰ ਬੁੱਲੇ ਦੀ ਬਾਗੀ ਜ਼ੁਬਾਨ ਦੇਖ। ਇਹਨਾਂ ਕਿਵੇਂ ਸੱਚ ਨੇ ਦਿੱਤੇ ਇਮਤਿਹਾਨ ਦੇਖ, ਤੇ ਇਹਨਾਂ ਇਮਤਿਹਾਨਾਂ ਚੋਂ ਨਿਕਲੇ ਯੁਗਾਂ ਯੁਗਾਂ ਤੱਕ ਚੱਲਦੇ ਤੂਫਾਨ ਦੇਖ। ਇਸ ਮਾਰਗ ਦਾ ਪਾਂਧੀ ਬਣਨ ਤੋਂ ਪਹਿਲਾਂ, ਇਸ ਮਾਰਗ ਦਾ ਪਾਂਧੀ ਬਣਨ ਤੋਂ ਪਹਿਲਾਂ ਜ਼ਰਾ ਆਪਣਾ ਖੋਖਲਾ ਜਿਹਾ ਈਮਾਨ ਵੀ ਦੇਖ। ਕਾਸ਼ ਤੇਰਾ ਸੱਤ ਨਾਲ ਜ਼ਰਾ ਵੀ ਸੰਗ ਹੋਇਆ ਹੁੰਦਾ, ਕਾਸ਼ ਤੇਰਾ ਸੱਤ ਨਾਲ ਜ਼ਰਾ ਵੀ ਸੰਗ ਹੋਇਆ ਹੁੰਦਾ। ਤੇਰੇ ਮੌਨ ਦੀ ਮਹਿਕ ਬੇਹੇ ਫੁੱਲਾਂ ਦੇ ਹਾਰਾਂ ਨੂੰ ਤੇਥੋਂ ਪਾਸੇ ਹਟਾਉਂਦੀ, ਤੇਰੇ ਸ਼ਬਦਾਂ ਦੀ ਅੱਗ ਬਾਬਰਾਂ ਨੂੰ ਲਲਕਾਰਦੀ, ਤੇਰੀ ਬੰਦਗੀ ਦੀ ਸ਼ਹਿਨਸ਼ਾਹਤ ਸਿਕੰਦਰਾਂ ਨੂੰ ਟਿੱਚ ਕਰ ਜਾਣਦੀ, ਤੇਰੀ ਤੀਜੀ ਅੱਖ ਦੀ ਉਚਾਈ ਸਿਕੰਦਰਾਂ ਨੂੰ ਟਿੱਚ ਕਰ ਜਾਣਦੀ, ਤੇਰੀ ਬੰਦਗੀ ਦੀ ਸ਼ਹਿਨਸ਼ਾਹਤ ਬਲਬਨਾਂ ਦੀ ਸੇਵਾ ਠੁਕਰਾਉਂਦੀ, ਤੇਰੇ ਸ਼ਬਦਾਂ ਦੀ ਅੱਗ ਬਾਬਰਾਂ ਨੂੰ ਲਲਕਾਰਦੀ। ਕਾਸ਼ ਤੇਰਾ ਸੱਤ ਨਾਲ ਜ਼ਰਾ ਵੀ ਸੰਗ ਹੋਇਆ ਹੁੰਦਾ। ਤੂੰ ਆਪਣੇ ਜੋਗੀ ਘਾਲ ਘਾਲ ਕੇ ਕੂੜੇ ਭਰੀ ਦੇਹ ਨੂੰ ਪਸੀਨਾ ਲਿਆ ਕੇ ਪੂਰਾ ਸੁੱਚੀ ਕਰ ਲੈਂਦਾ। ਇਹ ਬਗਲਾ ਭਗਵਾਂ ਵੇਸ ਤਿਆਗ, ਗੁਰੂ ਬਣਨ ਤੋਂ ਪਹਿਲਾਂ ਇਨਸਾਨ ਤਾਂ ਬਣ ਜਾਂਦਾ, ਪਰਮ ਪੁਰਖ ਬਣਨ ਤੋਂ ਪਹਿਲਾਂ ਪੁਰਖ ਤਾਂ ਬਣ ਜਾਂਦਾ। ਸ਼ੁਕਰੀਆ ਜੀ ਬਹੁਤ ਬਹੁਤ। ਸ਼ੁਕਰੀਆ, ਧੰਨਵਾਦ ਜੀ। ਛਪੀ ਹੋਈ ਉਹ ਜਿਹੜਾ ਸਾਰਿਆਂ ਦਾ ਭੰਗੜਾ ਨਹੀਂ ਹੋਇਆ ਨਾ।